ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਾਉ ਅੰਗਦ ਦੁਖ ਨਿਖੰਜਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪਰਗਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਉ ਬਾਰ ਬਾਰ ਜਗਦੀਸ਼ਾ ਯਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਧ ਬੰਦਉ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਿੱਧੂ ਕਲ ਮੈਂ ਜਾਟ ਇੱਕ ਭੁੱਲਰੀਏ ਸਭ ਗੋਤ ਆਦਮ ਜਿਸ ਕੋ ਨਾਮ ਹੈ ਕਰ ਸੰਤਤ ਨ ਹੋਤ ਸਿੱਧੂ ਕਲ ਮੈਂ ਜਾਟ ਇੱਕ ਭੁੱਲਰੀਏ ਸਭ ਗੋਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ ਕਿਰਪਾਲਤਾ ਕਰਨਾ ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ ਆਪਣੀ ਪਾਵਨ ਸਿੱਖਿਆਦਾਇਕ ਸਾਖੀ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ।
गरीब निवास घट घट के वासी श्री अकाल पुरख वाहिगुरु जी का कोटान कोट शुकराना जो सच्चे पातशाह साहब जी ने कृपा की है। संपूर्ण दिवस अपने प्यार ते भाने विच बतीत कराए। संध्या के समय पावन दरबार दियां हाजरियां भरन दा सुभाग बख्शे। हर रोज की तरह च भी अमृत वेले पातशाह गुरुदेव जी ने सानू सारियां नू ਜਿਹੜੇ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹਾਂ, ਆਓ ਦੇਰ ਰਾਤ ਤੱਕ ਜਿਨ੍ਹਾਂ ਨੇ ਨਤਮਸਤਕ ਹੁੰਦੇ ਰਹਿਣਾ ਹੈ, ਉਹਨਾਂ ਸਾਰਿਆਂ ਨੂੰ ਜੁਗਤ ਦਿੱਤੀ ਹੈ। ਸਾਡੇ ਜੀਵਨ ਦੇ ਕੁਝ ਲੋੜਾਂ ਨੇ, ਉਹਨਾਂ ਚੋਂ ਸਭ ਤੋਂ ਵੱਡੀ ਲੋੜ ਹੈ ਆਤਮਾ ਦੀ, ਰੂਹਾਨੀ। ਔਰ ਸਾਡੇ ਚੋਂ ਹਰ ਕੋਈ ਜੀ ਸੁਖ ਚਾਹੁੰਦਾ ਹੈ, ਸਹਿਜ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ। ਸਾਡੇ ਚੋਂ ਹਰ ਕੋਈ ਜੀ ਇੱਕ ਚੀਜ਼ਾਂ ਤਲਾਸ਼ਦਾ ਹੈ, ਮੈਨੂੰ ਸੁੱਖ ਮਿਲੇ, ਮੇਰੇ ਹਿਰਦੇ 'ਚ ਸਹਿਜ ਹੋਵੇ, ਮੇਰੇ ਹਿਰਦੇ 'ਚ ਮੇਰੇ ਘਰ ਆਨੰਦ ਹੋਵੇ। ਤੇ ਕਿੱਥੋਂ ਮਿਲੇਗਾ ਸੁਖ ਸਹਿਜ ਆਨੰਦ? ਪੂਰੇ ਗੁਰਦੀਨ ਸਦਾ ਸਹਾਈ, ਉਹ ਸਦਾ ਦੇ ਸਹਾਇਤਾ ਕਰਨ ਵਾਲੇ ਨੇ। ਇਹ ਅੰਮ੍ਰਿਤਮਈ ਬਖਸ਼ਿਸ਼ ਅੱਜ ਸ਼੍ਰੀਮੁਖ ਵਾਕ ਦੇ ਰੂਪ 'ਚ ਪ੍ਰਾਪਤ ਹੋਈ ਹੈ। ਆਉਂਦਿਆਂ ਜਾਂਦਿਆਂ ਪਾਠ ਕਰਦਿਆਂ ਦਰਸ਼ਨ ਕਰਦੇ ਹੋ ਤਾਂ ਆਪਣੇ ਆਪ ਨੂੰ ਇਹਦੇ ਨਾਲ ਰਿਲੇਟ ਕਰਨਾ, ਇਹ ਮੈਨੂੰ ਦਿੱਤਾ ਹੈ, ਇਹ ਮੈਨੂੰ ਮਿਲਿਆ ਹੈ, ਅੱਜ ਮੇਰੇ ਹਿਰਦੇ 'ਚ ਆਨੰਦ ਭਰਿਆ ਹੈ, ਇਹ ਦਾਤ ਮੈਨੂੰ ਮਿਲੀ ਹੈ, ਪ੍ਰਸਾਦ ਮੈਨੂੰ ਮਿਲਿਆ ਹੈ। ਤੇ ਜਦੋਂ ਅਸੀਂ ਇੱਥੇ ਪਹੁੰਚ ਜਾਵਾਂਗੇ ਕਿ ਇਹ ਸ਼ਬਦ ਪ੍ਰਸਾਦ ਰੂਪ 'ਚ ਮੈਨੂੰ ਮਿਲਿਆ ਹੈ, ਤੇ ਫਿਰ ਇਹਦੀ ਸ਼ਬਦ ਕਲਾ, ਜਿਹੜੀ ਧਰਮ ਕਲਾ ਹੁੰਦੀ, ਵਰਤਣ ਲੱਗ ਪਏਗੀ। ਜਿੰਨਾ ਚਿਰ ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ, ਉਹਨਾਂ ਚਿਰ ਦੀ ਕਲਾ ਨਹੀਂ ਵਰਤਦੀ। ਔਰ ਇਹ ਅਧਿਆਤਮ ਦੀ ਇੱਕ ਬਹੁਤ ਗਹਿਰੀ ਕਲਾ ਹੈ ਕਿ ਜਿਤਨਾ ਚਿਰ ਅਸੀਂ ਤੁਸੀਂ ਕੋਈ ਵੀ ਜੋ ਸਿੱਖ ਸਰੂਪ ਆ, ਗੁਰੂ ਨੂੰ ਗੁਰੂ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਦੇ ਤੇ ਗੁਰੂ ਆਪਣੇ ਸਿੱਖ ਰੂਪ ਸਾਨੂੰ ਸਵੀਕਾਰ ਨਹੀਂ ਕਰਦੇ, ਉਹਨਾਂ ਚਿਰ ਕੋਈ ਵੀ ਰੂਹਾਨੀ ਕਲਾ ਦਾ ਆਦਾਨ ਪ੍ਰਦਾਨ ਨਹੀਂ ਹੋ ਸਕਦਾ। ਕੁਝ ਦਿੱਤਾ ਲਿਆ ਨਹੀਂ ਜਾ ਸਕਦਾ। ਦਿੱਤਾ ਲਿਆ ਉਹਨਾਂ ਦਾ ਹੀ ਜਾ ਸਕਦਾ ਜੋ ਇੱਕ ਦੂਜੇ ਨੂੰ ਸਵੀਕਾਰ ਕਰ ਲੈਂਦੇ ਨੇ, ਪ੍ਰਣਾ ਲੈਂਦੇ ਨੇ, ਅੰਗੀਕਾਰ ਕਰ ਲੈਂਦੇ ਨੇ। ਤੇ ਅਸਾਂ ਸ਼ਬਦ ਸਵੀਕਾਰ ਕਰਨਾ, ਅੱਜ ਮੈਨੂੰ ਪ੍ਰਸਾਦ ਮਿਲਿਆ, ਅੱਜ ਆਨੰਦ ਦੀ ਦਾਤ ਮਿਲੀ ਹੈ, ਤੇ ਫਿਰ ਸੁਭਾਅ 'ਚ ਟਿਕਣਾ ਹੈ, ਹੁਣ ਮੇਰੇ ਜੀਵਨ 'ਚ ਆਨੰਦ ਆਏਗਾ। ਇਸ ਵਿਸ਼ਵਾਸ 'ਚ ਆਉਣਾ, ਗੁਰੂ ਕਿਰਪਾ ਕਰਨਗੇ ਫਿਰ ਆਨੰਦ ਆਏਗਾ। ਜਿਹੜੇ ਮੰਨ ਲੈਣਗੇ ਗੁਰੂ ਕੇ ਬਚਨ ਨੂੰ, ਜੇ ਕੋ ਮਨ ਜਾਣੈ ਮਨ ਕੋਇ, ਇਸ ਅਵਸਥਾ ਤੱਕ ਪਹੁੰਚ ਸਕੀ, ਸਾਡੇ ਹਿਰਦੇ 'ਚ ਆਨੰਦ ਆ ਸਕੇ, ਸਾਡੇ ਹਿਰਦੇ 'ਚ ਸੁੱਖ ਆ ਸਕੇ, ਸਾਡੇ ਹਿਰਦੇ 'ਚ ਸਹਿਜ ਆ ਸਕੇ। ਔਰ ਸਭ ਕੁਝ ਸਾਨੂੰ ਇੱਕ ਪਲੇਟਫਾਰਮ ਤੇ ਪ੍ਰਾਪਤ ਹੋਏਗਾ ਜਿਸ ਨੂੰ ਸ਼ਰਧਾ ਕਹਿੰਦੇ ਨੇ। ਸ਼ਰਧਾ ਦੇ ਘਰ, ਵਿਸ਼ਵਾਸ ਦੇ ਘਰ ਟਿਕਾਂਗੇ ਤੇ ਚੀਜ਼ਾਂ ਮਿਲਣਗੀਆਂ। ਜੇ ਸਾਡੇ ਹਿਰਦੇ 'ਚ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਜਾਂ ਵਿਸ਼ਵਾਸ ਨਹੀਂ ਹੈ, ਠੀਕ ਹੈ, ਗਿਆਨ ਦੀਆਂ ਗੱਲਾਂ ਸਾਨੂੰ ਪਤਾ ਲੱਗ ਜਾਣਗੀਆਂ, ਪਰ ਸੱਚ ਜਰਨਾ ਖੁਸ਼ਕ ਗਿਆਨ ਜੋ ਸ਼ਰਧਾ ਤੋਂ ਸਖਣਾ ਹੁੰਦਾ ਹੈ, ਸਿਵਾਏ ਸਿਰ ਪੀੜ ਤੋਂ ਵੱਧ ਹੋਰ ਕੁਛ ਵੀ ਨਹੀਂ ਦਿੰਦਾ। ਸ਼ਰਧਾ ਤੇ ਪ੍ਰੇਮ ਤੋਂ ਵਿਹੀਨ ਗਿਆਨ ਸਿਰ ਪੀੜ ਦਾ ਕਾਰਨ ਬਣਦਾ ਹੈ, ਅਹੰਕਾਰ ਦਾ ਕਾਰਨ ਬਣਦਾ ਹੈ। ਔਰ ਸ਼ਾਇਦ ਇਸੇ ਕਰਕੇ ਲੋਕ ਅਹੰਕਾਰ ਕਰਕੇ ਮਾਰੇ ਗਏ। ਬੜੇ ਵੱਡੇ ਗਿਆਨੀ ਅੰਦਰ ਪ੍ਰੇਮ ਨਾ ਹੋਣ ਕਰਕੇ, ਅੰਦਰ ਆਪਣੇ ਗੁਰੂ ਕਰਤੇ ਦੇ ਪ੍ਰਤੀ ਸ਼ਰਧਾ ਭਾਵ ਨਾ ਹੋਣ ਕਰਕੇ ਗਿਆਨ ਦੇ ਵਿੱਚ ਡੁੱਬ ਗਏ। ਪਰ ਅਸੀਂ ਅੱਗੇ ਚੱਲੀਏ, ਕਿਉਂਕਿ ਅਸੀਂ ਤੇ ਤੁਰੇ ਜਾਣਾ ਹੈ ਨਾ, ਹੌਲੀ ਹੌਲੀ ਤੁਰੇ ਜਾਣਾ। ਆਗਾਹਾਂ ਕੋ ਤਰਾਂਗ, ਅੱਗੇ ਚੱਲਦੇ। ਤੇ ਬਾਬਿਆਂ ਦੀ ਸਾਖੀਆਂ ਪੜ੍ਹਦੇ ਹਾਂ ਤਾਂ ਕਿ ਸਾਨੂੰ ਸ਼ਰਧਾ ਮਿਲਦੀ ਹੈ। ਸਾਡੇ ਬਾਬਿਆਂ ਨੇ, ਇਹਨਾਂ ਵਡੇਰੇ ਬਜ਼ੁਰਗਾਂ ਨੇ ਗੁਰੂ ਪਾਤਸ਼ਾਹ ਤੇ ਕਿਸ ਹੱਦ ਤੱਕ ਸ਼ਰਧਾ ਕੀਤੀ, ਇੰਤਹਾ, ਇਹਦਾ ਕੋਈ ਅੰਤ ਨਹੀਂ। ਤੇ ਉਹ ਜਦੋਂ ਪੜ੍ਹਦੇ ਹਾਂ, ਸੁਣਦੇ, ਸਾਡੇ ਮਨ ਵਿੱਚ ਹੀ ਲਹਿਰ ਪੈਦਾ ਹੁੰਦੀ, ਜੇ ਇਹ ਬਜ਼ੁਰਗ ਬਾਬੇ ਇਸ ਤਰ੍ਹਾਂ ਸ਼ਰਧਾ ਕਰ ਸਕੇ ਤੇ ਉਹਨਾਂ ਨੂੰ ਦਾਤਾਂ ਮਿਲੀਆਂ, ਤੇ ਫਿਰ ਮੈਂ ਕਿਉਂ ਨਹੀਂ? ਫਿਰ ਮੈਨੂੰ ਬਸ ਮੈਨੂੰ ਮਿਲ ਸਕਦੀ ਹੈ, ਮੈਨੂੰ ਵੀ ਅੱਗੇ ਆਉਣਾ ਪਏਗਾ। ਭਰਮ ਚੱਕਰ ਤੋਂ ਅੱਗੇ ਜਾ ਕੇ
ਸ਼ਰਧਾ ਦੇ ਮੁਕਾਮ ਤੇ। ਅੱਜ ਕੱਲ੍ਹ ਫੇਥ ਸ਼ਬਦ ਵਰਤਣ ਲੱਗ ਪਏ ਸੀ। ਆਪਣੇ ਗੁਰੂ ਤੇ ਵਿਸ਼ਵਾਸ ਕਰਨਾ ਪਏਗਾ। ਸੰਸਕ੍ਰਿਤ ਪੜ੍ਹਨ ਵਾਲੇ ਜਾਣਦੇ ਨੇ, ਇਹਨੂੰ ਪਤਾ ਹੈ, ਪੜ੍ਹਿਆ ਹੋਵੇਗਾ। ਸੰਸਕ੍ਰਿਤ ਦਾ ਇੱਕ ਸੂਤਰ ਹੈ, ਵਿਸ਼ਵਾਸਮ ਫਲਦਾਇਕਮ, ਵਿਸ਼ਵਾਸ ਹੀ ਫਲ ਦਿੰਦਾ ਹੈ। ਔਰ ਇਹ ਈਸਾਈਅਤ ਵੀ ਕਹਿੰਦੀ ਹੈ ਵਿਸ਼ਵਾਸ ਹੀ ਫਲ ਦਿੰਦਾ ਹੈ। ਤੇ ਸਾਨੂੰ ਤੇ ਕੀ ਹੈ, ਵਿਸ਼ਵਾਸ ਹੀ ਫਲ ਦਿੰਦਾ ਹੈ। ਆਪਣੇ ਗੁਰੂ ਤੇ ਵਿਸ਼ਵਾਸ ਕਰਾਂਗੇ, ਗੁਰੂ ਤੇ ਭਰੋਸਾ ਕਰਾਂਗੇ ਤੇ ਫਲ ਮਿਲੇਗਾ। ਜੇ ਭਰੋਸਾ ਨਹੀਂ ਕਰਾਂਗੇ ਤੇ ਕੋਈ ਗੱਲ ਨਹੀਂ। ਫਿਰ ਬਥੇਰੀ ਦੁਨੀਆ ਆਉਂਦੀ ਹੈ, ਬਥੇਰੀ ਦੁਨੀਆ ਚਲੀ ਜਾਂਦੀ ਹੈ। ਵਿਸ਼ਵਾਸ ਦੀ ਗਾਥਾ ਤੇ ਗੁਰੂ ਕੀ ਕਲਾ ਦੇ ਵਿੱਚ ਅਸੀਂ ਟਿਕੇ ਹਾਂ। ਮਨੋਬਿਰਤੀ ਨੂੰ ਇਕਾਗਰ ਕਰਦੇ ਹਾਂ। ਉਹਨਾਂ ਵਡੇਰੇ ਬਾਬਿਆਂ ਦੀ ਸਾਖੀਆਂ ਪੜ੍ਹਦੇ ਸੁਣਦੇ ਹਾਂ ਜਿਨ੍ਹਾਂ 'ਚੋਂ ਸ਼ਰਧਾ ਪ੍ਰਾਪਤ ਹੁੰਦੀ ਹੈ। ਕੱਲ ਅਸੀਂ ਇੱਥੇ ਠਹਿਰੇ ਸਾਂ, ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ। ਉੱਥੇ ਜਿਹੜੇ ਬਜ਼ੁਰਗ ਗੁਰਸਿੱਖਾਂ ਨੇ ਸੇਵਾ ਕੀਤੀ ਹੈ, ਉਹਨਾਂ ਦੇ ਕੁਝ ਨਾਮ ਅਸੀਂ ਪੜ੍ਹ ਸੁਣ ਸਕੀਏ ਤੇ ਉਹਨਾਂ ਨਾਵਾਂ ਦੇ ਨਾਲ ਨਾਲ ਉਹਨਾਂ ਦੇ ਬਾਰੇ ਸੰਖਿਪਤ ਗਾਥਾ। ਇਹਦੇ ਬਾਰੇ ਇੱਕ ਬੇਨਤੀ ਹੋਰ ਕਰਦੇ ਹਾਂ, ਇਹ ਇਤਿਹਾਸਕ ਹਵਾਲਾ ਨਹੀਂ ਹੈ, ਇਹ ਗਾਥਾ ਹੈ, ਕਥਾ ਹੈ। ਤਾਰੀਖਾਂ ਦਾ ਇੱਥੇ ਕੋਈ ਉਲਝਣ ਨਹੀਂ ਹੈ ਕਿ ਕਿੰਨੀ ਤਾਰੀਖ ਨੂੰ ਕਦੋਂ ਕਿਸੇ ਸਿੱਖ ਨੇ ਕੀ ਕੀਤਾ। ਇੱਥੇ ਇਤਿਹਾਸ ਦੇ ਹਵਾਲੇ ਨਹੀਂ ਗਏ, ਇੱਥੇ ਗਾਥਾ ਹੈ, ਇੱਥੇ ਅੰਮ੍ਰਿਤ ਕਥਾ ਹੈ, ਇੱਥੇ ਸ਼ਰਧਾ ਤੇ ਪ੍ਰੇਮ ਤੇ ਭਾਵ ਹੈ। ਉਹਨਾਂ ਦੇ ਵਿੱਚੋਂ ਅੱਜ ਆਰੰਭ ਕਰਦੇ ਹਾਂ। ਬਹੁਤ ਅਨੰਨ ਗੁਰਸਿੱਖ ਭਾਈ ਭਗਤੂ, ਜਿਨ੍ਹਾਂ ਦਾ ਸਿੱਖ ਇਤਿਹਾਸ 'ਚ ਬਹੁਤ ਵੱਡਾ ਨਾਮ ਹੋਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਬਹੁਤ ਪਿਆਰ ਦੇ ਨਾਲ ਸੇਵਾ ਕੀਤੀ ਹੈ। ਉਹਨਾਂ ਦੀ ਆਰੰਭਕ ਗਾਥਾ, ਜਿਹਨੂੰ ਉਹਨਾਂ ਦੀ ਜਨਮ ਕਥਾ ਤੋਂ ਲੈ ਕੇ ਚੱਲਦੇ ਹਾਂ, ਮਹਾਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਕੁਝ ਚੁਣਿੰਦਾ ਬਜ਼ੁਰਗਾਂ, ਵਡੇਰਿਆਂ, ਗੁਰਮੁਖਾਂ ਦੀ ਜਿਨੀ ਨਾਮ ਧਿਆਇਆ ਵਾਲੇ ਕਲਾ ਨੂੰ ਹੰਡਾਇਆ ਹੈ, ਉਹਨਾਂ ਗੁਰਮੁਖਾਂ ਦੀ ਗਾਥਾ, ਅੰਮ੍ਰਿਤ ਕਥਾ, ਸਾਖੀ ਸੁਣਾਉਣੀ ਆਰੰਭ ਕੀਤੀ ਹੈ। ਆਓ ਚਿੱਤ ਲਾ ਕੇ ਭਾਈ ਭਗਤੂ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਉਹਨਾਂ ਦੇ ਮਾਤਾ ਪਿਤਾ ਦੇ ਸ਼ਰਧਾ ਤੇ ਵਿਸ਼ਵਾਸ ਦੀ ਕਥਾ ਅਸੀਂ ਸਰਵਣ ਕਰੀਏ, ਤਾਂ ਕਿ ਸਾਨੂੰ ਕਿਤੇ ਬਖਸ਼ਿਸ਼ ਮਿਲ ਸਕੇ, ਸਾਡੇ ਹਿਰਦੇ 'ਚ ਵੀ ਉਹ ਸ਼ਰਧਾ ਤੇ ਵਿਸ਼ਵਾਸ ਪ੍ਰਗਟ ਹੋ ਸਕੇ ਜੋ ਸਾਡੇ ਇਹਨਾਂ ਵਡੇਰਿਆਂ ਦੇ ਕੋਲ ਰਿਹਾ ਹੈ। ਔਰ ਇਹਨਾਂ ਬਾਬਿਆਂ ਦੀ ਗਾਥਾਵਾਂ ਦੇ ਸਦਕੇ ਅਸੀਂ ਵੀ ਜੀਵਨ ਦੇ ਚੰਗੇ ਰਾਹ ਤੇ ਤੁਰ ਸਕੀਏ। ਜਿਹਨੂੰ ਕਹਿੰਦੇ ਨੇ ਪਾਤਸ਼ਾਹ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਨਮੇ ਹਾਂ ਅਸੀਂ ਪੁੱਤਰ ਤੇ ਜਨਮ ਹੀ ਪਏ ਆ। ਸਾਡਾ ਜਨਮ ਹੋਇਆ, ਲੋਕਾਂ ਵਧਾਈ ਦਿੱਤੀ, ਫਲਾਣੇ ਦੇ ਘਰ ਪੁੱਤਰ ਪੈਦਾ ਹੋਇਆ, ਪਰ ਸਪੁੱਤਰ ਹੋਏਗਾ ਕਿ ਨਹੀਂ ਇਹ ਤੇ ਪਤਾ ਨਹੀਂ ਨਾ। ਇਹ ਤੇ ਸਮੇਂ ਦੇ ਬਿਲਕੁਲ ਛੁਪਿਆ ਹੋਇਆ ਕਿ ਕਪੁੱਤਰ ਹੋਏਗਾ ਕਿ ਸਪੁੱਤਰ ਹੋਏਗਾ। ਹੁਣ ਪੁੱਤਰ ਸਪੁੱਤਰ ਬਣੇ, ਉਹਨੂੰ ਗਿਆਨ ਚਾਹੀਦਾ ਹੈ, ਉਹਨੂੰ ਬਾਬਿਆਂ ਦੀ ਗਾਥਾਵਾਂ ਚਾਹੀਦੀਆਂ। ਸਾਡੇ ਬੱਚੇ ਵੀ ਸੁਸੰਤਾਨ ਬਣਨ, ਚੰਗੀ ਸੰਤਾਨ ਬਣੇ। ਅਸੀਂ ਆਪਣੇ ਵਡੇਰੇ ਦੀ ਗਾਥਾਵਾਂ ਸੁਣਾਇਆ ਕਰੀਏ, ਪੜਨ ਨੂੰ ਦਿਆ ਕਰੀਏ, ਗਾਹੇ ਬਗਾਹੇ ਗੱਲ ਚੱਲੇ। ਸਹੀ ਜਵਾਬ ਅੱਜ ਜੋ ਜਨਰੇਸ਼ਨ ਤਰਕ ਦੇ ਨਾਲ ਸਹੀ ਜਵਾਬ ਵਿਸ਼ਲੇਸ਼ਣ ਮੰਗਦੀ ਹੈ, ਉਹਦੇ ਮੁਤਾਬਕ ਯਤਨ ਕਰਿਆ ਕਰੀਏ ਆਪਣੇ ਬੱਚਿਆਂ ਦੀ ਸ਼ੰਕਾਵਾਂ ਨੂੰ ਦੂਰ ਕਰਨ ਦਾ, ਤਾਂ ਕਿ ਉਹ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਗੁਰੂ ਪ੍ਰਤੀ ਭਾਵ ਦੇ ਵਿੱਚ ਟਿਕ ਸਕਣ। ਆਓ ਯਤਨ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਉਸ ਮਹਾਨ ਗੁਰਸਿੱਖ ਦੇ ਦਰਸ਼ਨ ਕਰਨ ਦਾ, ਜਿਨ੍ਹਾਂ ਨੇ ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ। ਮਹਾਕਵੀ ਸੰਤੋਖ ਸਿੰਘ ਜੀ ਉਸ ਗਾਥਾ ਨੂੰ ਸੁਣਾਉਣਾ ਆਰੰਭ ਕਰਦੇ ਨੇ। ਆਓ ਪਿਆਰ ਨਾਲ ਚਿੱਤ ਲਾ ਕੇ ਸ਼ਰਵਣ ਕਰਦੇ ਹਾਂ ਜੀ। ਦੋਹਰਾ ਸਿੱਧੂ ਕਲ ਮੈਂ ਜਾਟ ਇੱਕ, ਭੁੱਲ ਰਹੀਏ ਸਭ ਗੋਤ। ਸਿੱਧੂ ਕੁਲ ਹੈ ਇੱਕ ਬਹੁਤ ਵੱਡਾ। ਹਾਲਾਂਕਿ ਅਸੀਂ ਅੱਜ ਕਿਤੇ ਕਿਤੇ ਸਰਨੇਮ ਸਿੱਧੂ ਵਿਅਕਤੀਤਵ ਦੇਖਦੇ ਹਾਂ, ਪਰ ਜਦੋਂ ਅਸੀਂ ਇਹਨਾਂ ਜਾਤਾਂ ਗੋਤਾਂ ਦਾ ਅਧਿਐਨ ਕਰਦੇ ਹਾਂ ਤੇ ਸਿੱਧੂ ਕੁਲ ਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਨੇ, ਬਹੁਤ ਸਾਰੀਆਂ ਉਪ ਸ਼ਾਖਾਵਾਂ ਨੇ, ਜਿਹਨੂੰ ਅਸੀਂ ਗੋਤਾਂ ਕਹਿੰਦੇ ਅੱਗੇ ਜਾ ਕੇ। ਸਿੱਧੂਆਂ ਦੀਆਂ ਹੀ ਬਹੁਤ ਸਾਰੀਆਂ ਉਪਜਾਤੀਆਂ ਨੇ, ਉਪਗੋਤਰੇ ਨੂੰ ਵੀ ਕਹਿੰਦੇ ਨੇ, ਆਪਾਂ ਪੰਜਾਬੀ 'ਚ ਗੋਤ ਕਹਿ ਦਿੰਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਭੁੱਲਰ ਗੋਤ ਹੈ ਜੋ ਸਿੱਧੂਆਂ ਦੇ ਨਾਲ ਰਿਲੇਸ਼ਨ। ਦਰਅਸਲ ਹੁੰਦਾ ਕੀ ਹੈ, ਇੱਕ ਵਡੇਰੇ ਤੋਂ ਇੱਕ ਗੋਤ ਆਰੰਭ ਹੋਈ, ਉਹਦੇ ਗਾਂ ਚੌਥੀ ਪੰਜਵੀਂ ਪੀੜ੍ਹੀ ਤੇ ਕਿਸੇ ਹੋਰ ਨੇ ਕੁਝ ਹੋਰ ਨਵਾਂ ਵੱਡਾ ਕੰਮ ਕਰਤਾ, ਉੱਥੋਂ ਨਵੀਂ ਗੋਤ। ਇਸ ਤਰ੍ਹਾਂ ਹੌਲੀ ਹੌਲੀ ਗੋਤਾਂ ਤਲ ਪੈਂਦੀਆਂ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਭੁੱਲਰਾਂ ਕੀ ਗੋਤ ਹੈ। ਆਦਮ ਜਿਸਕੋ ਨਾਮ ਹੈ, ਘਰ ਸੰਤਤ ਨਹਿ ਹੋਤ। ਇਹਨਾਂ ਭੁੱਲਰਿਆਂ ਦੇ ਵਿੱਚੋਂ ਜੋ ਸਿੱਧੂ ਗੋਤ ਨਾਲ ਸੰਬੰਧਤ ਨੇ,
ਇੱਕ ਆਦਮ ਨਾਮ ਦਾ ਵਿਅਕਤੀ ਹੈ ਜਿਹਦੇ ਘਰ ਸੰਤਾਨ ਨਹੀਂ ਹੈ। ਸਵਈਆ ਆਦਮ ਨਾਮ ਭਇਓ ਤਿਸ ਬੰਸ ਮੈਂ, ਕਰ ਕਰੈ ਕਿਸ ਭਾਗ ਬਿਲੰਦਾ। ਇਹ ਬਾਬਾ ਆਦਮ ਜਾਂ ਭਾਈ ਆਦਮ ਖੇਤੀਬਾੜੀ ਦੀ ਕਿਰਤ ਕਰਦੇ ਨੇ ਤੇ ਆਪਣੇ ਪਰਿਵਾਰ ਦਾ ਗੁਜ਼ਰਾਨ ਚਲਾਉਂਦੇ ਹਨ। ਨੰਦਨ ਹੋਵਨ ਕੋ ਚਿਤ ਵੈਭਉ, ਕਾਲ ਬਿਤਾਵਤ ਚਿੰਤ ਅਮੰਦਾ। ਕਿਉਂਕਿ ਸਾਡੇ ਹਰ ਗ੍ਰਸਤੀ ਦੇ ਵਿੱਚ ਇੱਕ ਭਾਵ ਹੁੰਦਾ। ਵੈਸੇ ਕੁਦਰਤ ਦਾ ਅਟਲ ਨਿਯਮ ਹੈ ਕਿ ਗ੍ਰਸਤੀਆਂ ਦੇ ਘਰ ਸਰੀਰ ਨੂੰ ਸਰੀਰ ਰੂਪੀ ਫਲ ਲੱਗਣਾ ਚਾਹੀਦਾ ਹੈ। ਇਹ ਕੁਦਰਤ ਦਾ ਅਟਲ ਨਿਯਮ ਹੈ। ਤੇ ਸਰੀਰ ਦਾ ਫਲ ਕੀ ਹੈ? ਸਰੀਰ ਸੰਤਾਨ ਸਾਡਾ ਫਲ ਹੁੰਦਾ ਹੈ। ਗ੍ਰਸਤੀਆਂ ਦੇ ਘਰ ਸੰਤਾਨ ਨਾ ਹੋਵੇ ਤੇ ਗ੍ਰਸਤੀ ਆਪਣੇ ਆਪ ਨੂੰ ਆ ਫਲ ਮਹਿਸੂਸ ਕਰਦੇ ਨੇ ਇਹਦੇ ਘਰ ਵੀ ਸੰਤਾਨ ਨਹੀਂ ਹੈ, ਔਰ ਇਹ ਚਾਹੁੰਦੇ ਨੇ ਕਿ ਸਾਡੇ ਘਰ ਵੀ ਸੰਤਾਨ ਹੋਵੇ। ਬੀਤ ਗਏ ਬੋ ਸੰਮਤ ਜਾਬਿਦ, ਸੰਤਤ ਨਾਏ ਭਈ ਸੁਖ ਕੰਦਾ। ਵਿਵਾਹ ਹੋਏ ਨੂੰ ਬੜਾ ਲੰਮੇਰਾ ਸਮਾਂ ਹੋ ਗਿਆ, ਉਮਰਾਂ ਬੀਤਦੀ ਜਾਂਦੀ ਹੈ, ਪਰ ਘਰ ਵਿੱਚ ਸੰਤਾਨ ਦਾ ਸੁਖ ਨਹੀਂ ਪ੍ਰਾਪਤ ਹੋ ਰਿਹਾ। ਪੀਰ ਵਿਸਾਲ ਫਕੀਰਨ ਜਾਲ, ਰਹਿਓ ਸਭ ਸੇਵਤ ਭਾਵ ਸੋ ਬ੍ਰਿੰਦਾ। ਤੇ ਸਾਡਾ ਸੁਭਾਅ ਹੈ ਜਦੋਂ ਐਸਾ ਦੇਰੀ ਹੋ ਜਾਏ ਫਿਰ ਮਨੁੱਖ ਇੱਧਰ ਉੱਧਰ ਹੱਥ ਪੈਰ ਮਾਰਦਾ ਹੈ, ਕਿਤੇ ਸੁਖਣਾ ਸੁਖਦਾ ਹੈ, ਕਿਤੇ ਆਰਾਧਨਾ ਕਰਦਾ ਹੈ। ਤੇ ਮਨੁੱਖ ਚੂੰਕਿ ਸਧਾਰਨ ਹੁੰਦਾ ਹੈ ਤੇ ਜਿੱਥੇ ਕੋਈ ਦੱਸਦਾ ਹੈ ਇੱਥੇ ਮੱਥਾ ਟੇਕਿਆ ਉੱਥੇ ਤੁਰ ਪੈਂਦਾ ਹੈ, ਇੱਥੇ ਸੁਖਣਾ ਸੁਖ ਲੋ ਉੱਥੇ ਤੁਰ ਪੈਂਦਾ ਹੈ। ਸਧਾਰਨ ਅੱਜ ਵੀ ਸਾਡੇ ਪੰਜਾਬ ਦੇ ਪਿੰਡਾਂ 'ਚ ਤਕਰੀਬਨ ਹਰ ਮਨੁੱਖ ਦੇ ਮੁੰਡਲ 'ਚ ਐਸਾ ਹੋ ਰਿਹਾ ਹੈ। ਅਸੀਂ ਸਰੀਰਕ ਤੌਰ ਤੇ ਡਾਕਟਰਾਂ ਕੋਲ ਵੀ ਇੱਦਾਂ ਕਰਦੇ ਹਾਂ, ਜਿੱਧਰ ਨੂੰ ਕੋਈ ਰਾਹ ਦੱਸਦਾ ਅਸੀਂ ਤੁਰ ਪੈਂਦੇ ਹਾਂ ਤੇ ਸੋਚਦੇ ਹਾਂ ਜੀ ਅਸੀਂ ਤੇ ਸਾਰਿਆਂ ਨੂੰ ਮਨਾ ਲੈਂਦੇ ਹਾਂ। ਪਰ ਇਹਨੇ ਵੀ ਇਸੇ ਤਰ੍ਹਾਂ ਜਿੱਥੇ ਜਿੱਥੇ ਕਿਸੇ ਦੱਸਿਆ ਉੱਥੇ ਉੱਥੇ ਜਾ ਕੇ ਉਹਦੇ ਭਾਵ ਮੁਤਾਬਕ ਸੇਵਾ ਭਾਵ ਸੁਖਣਾ ਆਦਿਕ ਕਰਦਾ ਰਿਹਾ। ਚਾਉ ਪਈ ਸੇਵਾ ਕਰਤ ਰਹਿਓ ਚਿਰਕਾਲਾ। ਇੰਜ ਇਹ ਥਾਂ ਥਾਂ ਪਰ ਜਾ ਕੇ ਕਦੇ ਕਿਸੇ ਪੀਰ ਦੀ ਸੇਵਾ, ਕਦੇ ਕਿਸੇ ਸਾਧ ਦੀ, ਕਿਸੇ ਬਾਬੇ ਦੀ, ਜਿੱਥੇ ਕਿਸੇ ਦੱਸਿਆ ਇਹ ਉੱਥੇ ਜਾ ਕੇ ਹੱਥ ਪੈਰ ਮਾਰਦੇ ਰਹੇ, ਭਾਵ ਸੇਵਾ ਕਰਦੇ ਰਹੇ। ਸੰਤੰਤ ਕੀ ਅਬਿਲਾਖ ਵਿਸਾਲਾ। ਪਰ ਮਨ ਵਿੱਚ ਕੀ, ਕਿਉਂਕਿ ਸਾਡੇ ਸਾਰੇ ਜੀਆਂ ਦੇ ਮਨ 'ਚ ਕੋਈ ਨਾ ਕੋਈ ਕਾਮਨਾ ਤੇ ਹੁੰਦੀ ਹੈ। ਇਦਾਂ ਦੀ ਮਨ ਸੰਤਾਨ ਦੀ ਭਾਵਨਾ ਹੈ। ਸੰਤਾਨ ਦੀ ਭਾਵਨਾ ਕਰਕੇ ਹੀ ਜੋ ਕਰਮ ਧਰਮ ਸੇਵਾ ਭਾਵ ਉਸ ਵਕਤ ਲੋਕ ਦੱਸਦੇ ਰਹੇ, ਇਹ ਕਰਦੇ ਰਹੇ। ਕਹਤੇ ਪ੍ਰਾਪਤ ਭਈ ਸੋ ਨਾਹੀ। ਪਰ ਅਫਸੋਸ ਇਸ ਗੱਲ ਦਾ ਕਿ ਬੜੇ ਲੰਮੇਰੇ ਯਤਨ ਕਰਨ ਦੇ ਬਾਵਜੂਦ ਵੀ ਇਹਨਾਂ ਦੀ ਖਵਾਹਿਸ਼ ਕਿਤਿਓਂ ਪੂਰੀ ਨਾ ਹੋਈ। ਚਿੰਤਾ ਚਿਤਵਤ ਬਹੁ ਚਿਤ ਨਾਹੀ। ਇਹਨਾਂ ਦੇ ਮਨ ਵਿੱਚ ਚਿੰਤਾ ਬਣ ਗਈ। ਜੋ 2 4 10 ਥਾਵਾਂ ਤੇ ਜਾ ਕੇ ਜਦੋਂ ਕਿਤੇ ਗੱਲ ਨਾ ਬਣੀ, ਅਰਦਾਸ ਪੂਰੀ ਨਾ ਹੋਈ ਤੇ ਸੁਭਾਵਕ ਹੀ ਹੈ ਇਹ ਚਿੰਤਾ ਬਣ ਗਈ ਵੀ ਲੱਗਦਾ ਹੈ ਸਾਡੇ ਘਰ ਔਲਾਦ ਹੋਣੀ ਕੋਈ ਨਹੀਂ। ਉਹ ਇੱਕ ਮਿਲਿਓ ਸਿੱਖ ਸੋ ਗੁਰ ਕੋ। ਇੰਜ ਕਰਦਿਆਂ ਕਰਦਿਆਂ ਲੰਮੇਰਾ ਸਮਾਂ ਅੱਗੇ ਜਦੋਂ ਨਿਰਾਸ਼ਤਾ ਦੇ ਘਰ ਚਲੇ ਗਏ, ਉਦਾਸ ਹੋ ਗਏ, ਵੀ ਢਹਿੰਦੀ ਕਲਾ ਚ ਆ ਗਏ, ਇਹਨਾਂ ਨੂੰ ਕੋਈ ਗੁਰਸਿੱਖ ਮਿਲ ਗਿਆ। ਚਿੰਤਾ ਚਿਤਵਤ ਬਹੁ ਚਿਤ ਮਾਹੀ। ਹੁਣ ਇਹਨੂੰ ਕਿਉਂਕਿ ਸੰਬੰਧੀ ਆਪਸੀ ਪਿੰਡਾਂ ਤੇ ਇਲਾਕੇ ਵਾ ਗੱਲਬਾਤ ਹੁੰਦੀ ਹੈ, ਉਹਨੇ ਇਹਨਾਂ ਦੀ ਚਿੰਤਾ ਨੂੰ ਜਾਣਿਆ ਸੀ, ਪਤਾ ਸੀ ਚਿੰਤਾ ਕੀ ਹੈ, ਫਿਰ ਵੀ ਉਹਨੇ ਪੁੱਛਿਆ ਤੇ ਇਹਨਾਂ ਦੀ ਚਿੰਤਾ ਨੂੰ ਜਾਣਿਆ। ਤੇ ਸੋ ਕਯੋ ਮਨੋਰਥ ਉਰਕੋ। ਇਹਨਾਂ ਵੀ ਗੱਲ ਕੀ ਕਿ ਭਾਈ ਬੜੇ ਥਾਵਾਂ ਤੇ ਗਏ ਆ, ਜਿੱਥੇ ਵੀ ਕਿਸੇ ਦੱਸਿਆ ਮੱਥਾ ਟੇਕ ਆਇਆ, ਸੁਖਣਾ ਸੁਖ ਆਇਆ, ਪਰ ਕਿਤੇ ਵੀ ਸਾਡੀ ਝੋਲੀ 'ਚ ਫਲ ਨਹੀਂ ਪਿਆ। ਨੀਕੇ ਕੀਨੇ ਅਨਕੋ ਪਾਏ। ਜਿੰਨੇ ਕਿ ਲੋਕ ਉਪਾਅ ਦੱਸਦੇ ਨੇ, ਕਿ ਬੇਨਤੀ ਕਰਾਂ ਆ ਉਪਾਅ ਸਾਡਾ ਜੋ ਪੱਖ ਹੁੰਦਾ ਹੈ ਅਧਿਆਤਮ ਤੋਂ ਹੇਠਲੇ ਮੰਡਲਾਂ ਦੇ ਵਿੱਚ, ਜਿਹਨੂੰ ਤੰਤਰ ਕਹਿੰਦੇ ਨੇ, ਉਹਦੇ ਵਿੱਚ ਉਪਾਅ ਕੀਤੇ ਜਾਂਦੇ ਨੇ। ਔਰ ਲੋਕ ਅੱਜ ਵੀ ਅਸੀਂ ਪਿੰਡਾਂ ਥਾਵਾਂ ਤੇ ਦੇਖਦੇ ਹਾਂ ਉਹ ਤੰਤਰ ਵਿਦਿਆ ਨਾਲ ਜੁੜੇ ਹੋਏ ਉਪਾਅ ਕਰਦੇ ਨੇ। ਸਤਿਗੁਰੂ ਪੰਚਮ ਪਾਤਸ਼ਾਹ ਸਾਹਿਬ ਜੀ ਨੂੰ ਵੀ ਇੱਕ ਵਾਰ ਆਲੇ ਦੁਆਲੇ ਲੋਕਾਂ ਨੇ ਕਿਹਾ ਸੀ, ਮਹਾਰਾਜ ਕੋਈ ਉਪਾਅ ਕਰ ਲਓ। ਜਦੋਂ ਸੁਲਹੀ ਖਾਨ ਨੇ ਹਮਲਾ ਕੀਤਾ ਸੀ ਤੇ ਉਦੋਂ ਲੋਕਾਂ ਕਿਹਾ ਸੀ ਵੀ ਹੋਰ ਕੁਛ ਨਹੀਂ ਤੇ ਕੋਈ ਉਪਾਅ ਹੀ ਕਰ ਲਓ। ਉਹ ਉਪਾਅ ਲੋਕਾਂ ਕਰਦੇ ਰਹੇ ਨੇ, ਪਰ ਕੋਈ ਉਪਾਅ ਸਫਲ ਨਹੀਂ ਹੋਇਆ। ਵਚਨ ਸਿੰਘ ਪਾਠ ਕਰਦੇ ਪੜ੍ਹੇਗਾ, ਪ੍ਰਥਮੇ ਮਤਾ ਜੀ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਜੇ ਤੁਸੀਂ ਚਿੱਠੀ ਨਹੀਂ ਲਿਖਣੀ, ਜੇ ਵਿੱਚ ਕੋਈ ਬੰਦਾ ਨਹੀਂ ਪਾਉਣਾ, ਤੇ ਘਰ ਬੈਠੇ ਆਪਾਂ ਉਪਾਅ ਤੇ ਕਰ ਹੀ ਸਕਦੇ ਹਾਂ ਨਾ। ਹੁਣ ਉਪਾਅ ਤੇ ਕਰ ਹੀ ਲਓ। ਬਾਬਰ ਦੇ ਹਮਲੇ ਦੇ ਵੇਲੇ ਵੀ ਉਹ ਜਿੱਥੇ ਐਮਨਾਬਾਦ ਬਹੁਤ ਵੱਡੀ ਮਾਰਕੱਟ ਹੋਈ ਸੀ, ਉੱਥੋਂ ਦੇ ਵੀ ਕਾਜ਼ੀਆਂ ਤੇ ਬ੍ਰਾਹਮਣਾਂ ਨੇ ਉਪਾਅ ਕੀਤੇ ਸਨ ਵੀ ਜਦੋਂ ਅਸੀਂ ਉਪਾਅ ਕਰਦੇ ਹਾਂ ਨਾ ਤੇ ਜੋ ਮੁਗਲ ਫੌਜ ਹੈ ਉਹ ਅੰਧੇ ਹੋ ਜਾਣਗੇ, ਪਰ ਕੋਈ ਮੁਗਲ ਨਾ ਹੋਆ ਅੰਧਾ,
ਕਿਨੈ ਨਾ ਪਰਚਾ ਲਾਇਆ। ਉਹਨਾਂ ਦਾ ਕੋਈ ਉਪਾਅ ਕੰਮ ਨਹੀਂ ਆਇਆ। ਇਹਨਾਂ ਵੀ ਬੜੇ ਉਪਾਅ ਕੀਤੇ, ਕਹਿਣ ਲੱਗੇ ਸੀ ਜਿੱਥੇ ਇੱਥੇ ਕਿਸੇ ਦੱਸਿਆ ਉੱਥੇ ਉੱਥੇ ਉਪਾਅ ਕਰ ਆਏ ਆ। ਭਾਵ ਜਿਹਨੂੰ ਪੰਜਾਬੀ 'ਚ ਆਪਾਂ ਟੂਣਾ ਟਾਣਾ ਕਹਿੰਦੇ ਆ, ਬਥੇਰੇ ਟੂਣੇ ਟਾਣੇ ਵੀ ਕਰ ਆਏ ਆ, ਪਰ ਗੱਲ ਕੋਈ ਨਹੀਂ ਬਣੀ। ਪ੍ਰਾਪਤ ਪੁੱਤਰ ਨਾ ਮੁਝ ਕਿਸ ਥਾਏ, ਪਰ ਮੈਨੂੰ ਕਿਤਿਓਂ ਵੀ ਖੈਰ ਨਹੀਂ ਹੋ ਪਈ। ਗਿਆ ਤੇ ਬੜੇ ਥਾਵਾਂ ਤੇ ਆ, ਪਰ ਖੈਰ ਕਿਤਿਓਂ ਨਹੀਂ ਪਈ। ਸੁਨ ਕੈ ਸਿੱਖ ਕੀਨ ਉਪਦੇਸ਼, ਸਿੱਖ ਕਹਿਣ ਲੱਗਾ ਭਾਈ ਮੈਨੂੰ ਇਹ ਤੇ ਨਹੀਂ ਪਤਾ ਤੂੰ ਕਿੱਥੇ ਗਿਆ ਤੇ ਤੂੰ ਕੀ ਕੀਤਾ, ਪਰ ਮੈਂ ਇੱਕ ਸਲਾਹ ਦੇਣਾ। ਤੇ ਉਪਦੇਸ਼ ਦਾ ਮਤਲਬ ਹੈ ਮੈਂ ਤੈਨੂੰ ਇੱਕ ਸਲਾਹ ਦੇ ਸਕਦਾ ਹਾਂ। ਮਾਨੋ ਮੇਰੋ ਕਹਿਓ ਅਸ਼ੇਸ਼, ਤੇ ਵੀਰਾ ਜੇ ਹੁਣ ਤੱਕ ਤੂੰ ਇੰਨੇ ਉਪਾਅ ਕਰ ਆਇਆ, ਇੰਨੇ ਲੋਕਾਂ ਕੋ ਜਾ ਕੇ ਸੁਖਣਾਦਿਕ ਸੁਖ ਆਇਓ, ਤੇ ਫਿਰ ਇੱਕ ਗੱਲ ਮੇਰੀ ਵੀ ਮੰਨ ਲੈ। ਸ਼੍ਰੀ ਨਾਨਕ ਭੇ ਜਗ ਅਵਤਾਰ, ਤੇ ਤੂੰ ਸੁਣਿਆ ਤੇ ਹੋਣਾ ਹੈ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਾਡੇ ਮਾਤ ਲੋਕ ਤੇ ਅਵਤਾਰ ਧਾਰ ਕੇ ਆਏ ਨੇ। ਨਿਰੰਕਾਰ ਕੇ ਬਨੇ ਆਕਾਰ, ਤੇ ਗੁਰੂ ਨਾਨਕ ਪਾਤਸ਼ਾਹ ਤੇ ਨਿਰੰਕਾਰ ਚ ਕੋਈ ਭੇਤ ਨਹੀਂ ਰਿਹਾ। ਤਿਨ ਪਿੱਛੇ ਗੁਰੂ ਅੰਗਦ ਭਇਓ, ਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਜਦ ਸਰੀਰ ਛੱਡਿਆ, ਚੋਲਾ ਤੇ ਗਿਆ, ਤੇ ਉਹਨਾਂ ਨੇ ਆਪਣਾ ਰੂਪ ਗੁਰੂ ਅੰਗਦ ਦੇਵ ਜੀ ਦੇ ਰੂਪ ਚ ਪ੍ਰਗਟ ਕੀਤਾ। ਅਮਰਦਾਸ ਪੁਨ ਤਿਸ ਥਲ ਥਿਓ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸਮਾਂ ਪਾ ਕੇ ਅਮਰਦਾਸ ਮਹਾਰਾਜ ਜੀ ਨੂੰ ਆਪਣੇ ਥਾਂ ਤੇ ਸੁਸ਼ੋਭਿਤ ਕੀਤਾ। ਤੀਨੋਂ ਪਾਤਸ਼ਾਹ ਤੇ ਪਾਛੇ, ਉਹਨਾਂ ਤਿੰਨ ਪਾਤਸ਼ਾਹੀਆਂ ਤੋਂ ਬਾਅਦ ਵਿੱਚ ਚਤੁਰਥ ਗੁਰੂ ਭਏ ਅਛੇ। ਹੁਣ ਚੌਥੇ ਪਾਤਸ਼ਾਹ ਸਾਹਿਬ ਜੀ ਦਾ ਵੇਲਾ ਹੀ। ਹੁਣ ਇਸ ਵਕਤ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਹਨ। ਸਤਿਗੁਰੂ ਰਾਮਦਾਸ ਜਿਨ ਨਾਮ, ਜਿਨ੍ਹਾਂ ਦਾ ਨਾਮ ਸਤਿਗੁਰੂ ਰਾਮਦਾਸ ਹੈ। ਇੱਕ ਬੇਨਤੀ ਕਰਦੇ ਹਾਂ, ਕੱਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ। ਅੱਜ ਤੱਕ ਜੇ ਅਸੀਂ ਤੂੰ ਗਾਥਾਵਾਂ ਚੱਲੀਏ ਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਜੋ ਪਹਿਲੀਆਂ ਪ੍ਰੀਖਿਆਵਾਂ ਆਦਿ ਇਮਤਿਹਾਨ ਸਨ, ਸਾਰੇ ਮੁਕੰਮਲ ਹੋ ਗਏ। ਤੇ ਤੀਸਰੇ ਪਾਤਸ਼ਾਹ ਸਾਹਿਬ ਜੀ ਨੇ ਅੱਜ ਦੇ ਦਿਨ ਜੇ ਕੋਈ ਇੱਕ ਦੇ ਪ੍ਰਕਰਣ ਮੁਤਾਬਕ ਜੇ ਪਿੱਛੇ ਚਲੇ ਜਾਈਏ ਤੇ ਇੱਕ ਦਿਨ ਪਹਿਲਾਂ ਸਾਰੇ ਵਡੇਰੇ ਗੁਰਸਿੱਖਾਂ ਨੂੰ ਸੱਦ ਕੇ ਕਹਿਤਾ ਸੀ ਕਿ ਭਾਈ ਕੱਲ ਇੱਕ ਖੁੱਲਾ ਆਪਾਂ ਪੰਡਾਲ 'ਚ ਦੀਵਾਨ ਕਰਨਾ ਹੈ। ਸਾਰੀ ਸੰਗਤ ਤੇ ਸਾਰੇ ਮੁਖੀ ਸਿੱਖ ਦਰਬਾਰ ਵਿੱਚ ਹਾਜ਼ਰ ਹੋਇਓ। ਅੱਜ ਦੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਸ਼ਬਦ ਸਾਡੇ ਕੋਲ ਅਨਾਉਂਸਮੈਂਟ ਹੈ, ਅਨਾਉਂਸ ਕਰ ਦਿੱਤਾ ਸੀ ਕਿ ਭਾਈ ਕੱਲ ਦੁਪਹਿਰੇ ਸਾਰੇ ਮੁਖੀ ਸਿੱਖ ਸਾਰੀ ਸੰਗਤ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਦਰਬਾਰ 'ਚ ਹਾਜ਼ਰ ਹੋਇਓ। ਕੋਈ ਕਲਾ ਵਰਤੇਗੀ, ਕੁਛ ਹੋਏਗਾ। ਅੱਜ ਉਹ ਦਿਨ ਸੀ, ਗੱਲ ਹੋਈ। ਤੇ ਕੱਲ ਉਹ ਦਿਨ ਹੈ ਜਦ ਚੌਥੇ ਪਾਤਸ਼ਾਹ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਸਿੱਖ ਕਹਿਣ ਲੱਗਾ ਭਾਈ ਇਸ ਵਕਤ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹਨ। ਪੂਰਨ ਕਰੈ ਸੰਪੂਰਨ ਕਾਮ, ਤੇ ਮੈਨੂੰ ਪਤਾ ਹੈ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਹਰ ਇੱਕ ਦੇ ਕਾਰਜ ਸੰਪੂਰਨ ਕਰ ਦਿੰਦੇ ਨੇ। ਇੱਕ ਬੇਨਤੀ ਕਰਾਂ, ਇਹ ਵਿਸ਼ਵਾਸ ਸਿੱਖ ਦੇ ਅੰਦਰ ਹੈ, ਅੱਜ ਤੱਕ ਹੈ। ਅੱਜ ਵੀ ਆਪਾਂ ਕਹਿੰਨਾ ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋਈਏ ਪੜ੍ਹਦੇ ਆ, ਚਲੋ ਥੋੜੀ ਭਾਸ਼ਾ ਆਮ ਜੀ ਨਹੀਂ ਪੜ੍ਹ ਪਾਉਂਦਾ, ਪਰ ਸ਼੍ਰੀਮੁਖ ਵਾਕ ਲੈਂਦਿਆਂ ਇਹ ਸੋਈਏ ਤੇ ਅਕਸਰ ਆਪਾਂ ਸੁਣਦੇ ਨਾ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਕਹਿਣ ਲੱਗਾ ਮੈਨੂੰ ਪਤਾ ਹੈ, ਮੈਨੂੰ ਵਿਸ਼ਵਾਸ ਹੈ ਆਪਣੇ ਗੁਰੂ ਤੇ। ਮੇਰੇ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਤੇ ਤੇਰੀ ਵੀ ਕਾਮਨਾ ਜ਼ਰੂਰ ਪੂਰੀ ਹੋਏਗੀ। ਕਰ ਸੇਵਾ ਤਿਨ ਕੀ ਅਵਜਾਏ, ਤੇ ਜੇ ਤੂੰ ਕਹਿੰਦਾ ਹੈ ਕਿ ਮੈਂ ਬੜਿਆਂ ਦੀ ਸੇਵਾ ਕੀਤੀ, ਤੇ ਭਾਈ ਮੇਰਾ ਕਹਿਣਾ ਮੰਨ ਜਾ, ਕੁਝ ਸਮਾਂ ਗੁਰੂ ਰਾਮਦਾਸ ਸਾਹਿਬ ਦੀ ਸੇਵਾ 'ਚ ਹਾਜ਼ਰ ਹੋ ਜਾ। ਪੁੱਤਰ ਕਾਮਨਾ ਤੈ ਤੇ ਪਾਏ, ਤੇ ਮੈਨੂੰ ਭਰੋਸਾ ਹੈ ਆਪਣੇ ਗੁਰੂ ਤੇ, ਤੇਰੀ ਕਾਮਨਾ ਪੂਰੀ ਹੋਵੇਗੀ। ਤੇਰੀ ਖੁਆਇਸ਼ ਪੁੱਤਰ ਦੀ ਹੈ, ਤੈਨੂੰ ਪੁੱਤਰ ਜ਼ਰੂਰ ਮਿਲ ਜਾਏਗਾ। ਆਦਮ ਜਾਟ ਬਾਤ ਸਿੱਖ ਸੁਣ ਕੇ, ਬਾਬਾ ਆਦਮ ਜੀ ਨੇ ਗੱਲ ਤੇ ਸੁਣ ਲਈ। ਬਿਰਧ ਅਵਸਥਾ ਆਪਣੀ ਗੁਣ ਕੈ, ਮਨ ਸੋਚਦੇ ਨੇ ਕਿ ਮਨਾ ਇੰਨੇ ਥਾਵਾਂ ਤੇ ਗਏ ਆ, ਪਤਾ ਨਹੀਂ ਕਿੱਥੇ ਕਿੱਥੇ ਮੱਥਾ ਟੇਕ ਆਏ ਆ, ਕਿੱਥੇ ਕਿੱਥੇ ਜਾ ਕੇ ਅਰਦਾਸਾਂ ਵੀ ਕਰ ਆਏ ਆ। ਹੁਣ ਉਮਰ ਵੀ ਵਡੇਰੀ ਹੋਣ ਲੱਗ ਪਈ ਹੈ, ਤੇ ਲੋਕ ਵੀ ਕਹਿਣ ਲੱਗ ਪਏ ਨੇ ਕਿ ਵਡੇਰੀ ਉਮਰ 'ਚ ਸੰਤਾਨ ਨਹੀਂ ਹੁੰਦੀ। ਇਹ ਸੋਚ ਕੇ ਮਨ ਢਹਿੰਦੀ ਕਲਾਜਾ ਚ ਆ ਗਿਆ। ਸ਼ੂਸ਼ਕ ਬ੍ਰਿਖ ਕੇ ਫਲ ਹੋਏ ਕੈਸੇ, ਕਿਉਂਕਿ ਸਾਡਾ ਸਮਾਜ ਤੇ ਸਾਡਾ ਜੋ ਸੰਸਾਰ ਦਾ ਸਰੀਰ ਵਿਗਿਆਨ ਹੈ, ਉਹ ਸਾਰੇ ਮੰਨਦੇ ਨੇ। ਅੱਜ ਵੀ ਅਸੀਂ ਪੜ੍ਹਦੇ ਸੁਣਦੇ ਆ ਕਿ ਸਰੀਰਾਂ ਦੀ ਆਪਣੀਆਂ ਅਵਸਥਾਵਾਂ ਹੁੰਦੀਆਂ ਨੇ, ਤੇ ਹਰ ਉਮਰਾ ਅਵਸਥਾ ਦਾ ਇੱਕ ਆਪਣਾ
ਫਲ ਹੁੰਦਾ ਏ ਤੇ ਸੰਤਾਨ ਪ੍ਰਾਪਤ ਕਰਨ ਦਾ, ਸੰਤਾਨ ਨੂੰ ਜਨਮ ਦੇ ਸਕਣ ਦਾ, ਸਰੀਰ ਦੀ ਅਵਸਥਾ ਦਾ ਆਪਣਾ ਆਪਣਾ ਵਾਰ ਪਤਾ ਹੁੰਦਾ ਏ। ਤੇ ਕਹਿਣ ਲੱਗੇ ਜੇ ਹੁਣ ਤੇ ਸਾਡੀ ਉਮਰ ਆ ਉਸ ਹੱਦ ਤੋਂ ਟੱਪ ਗਏ ਆ ਕਿ ਜਿੱਥੇ ਸੰਤਾਨ ਆਮ ਘਰਾਂ 'ਚ ਹੁੰਦੀ ਹੈ, ਇੰਨੀ ਉਮਰ ਤੇ ਜਾ ਕੇ ਕਿਸੇ ਦੇ ਸੰਤਾਨ ਨਹੀਂ ਹੁੰਦੀ। ਸੰਸੈ ਹੋਤ ਵਿਚਾਰਤ ਐਸੇ, ਮਨ ਸ਼ੰਕਾ ਜਿਹਾ ਆ ਗਿਆ ਕਿ ਪਤਾ ਨਹੀਂ ਉਮਰ ਵਡੇਰੀ ਹੋ ਗਈ ਹੈ, ਇਸ ਉਮਰ ਦੇ ਵਿੱਚ ਸੰਤਾਨ ਹੋਏਗੀ, ਇੱਕ ਸ਼ੱਕ ਜਿਹਾ ਪੈਦਾ ਹੋ ਗਿਆ। ਚਿਤਵਤ ਚਿੰਤ ਪੁਨਹ ਚਿਤ ਠਾਨੀ, ਚਿੰਤਾ ਉਧੇੜ ਬੁੰਝਣਾ ਆਪਾਂ ਕਦੇ ਕਹਿੰਦੇ ਕਿ ਚਿੰਤਾ ਵੀ ਹੈ, ਦੁਬਿਧਾ ਵੀ ਹੈ, ਸ਼ੰਕਾ ਵੀ ਹੈ। ਕਦੇ ਆਪਣੇ ਸਰੀਰਕ ਅਵਸਥਾਵਾਂ ਤੇ ਸ਼ੰਕਾ ਹੈ, ਕਦੇ ਸੰਸਾਰ ਦੀ ਉਮਰਾਂ ਜੋ ਸਿਆਣਿਆਂ ਗਿਆਨੀਆਂ ਨੇ ਦੱਸੀ ਹੋਈ ਹੈ ਉਹਦੇ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ। ਪਰ ਫਿਰ ਉਸ ਸਿੱਖ ਦੀ ਗੱਲ ਵੀ ਟੁੰਬਦੀ ਹੈ। ਜੇ ਕਰੈ ਹੋ ਗੁਰ ਸੇਵ ਮਹਾਨੀ, ਤੇ ਫਿਰ ਇਹ ਵੀ ਖਿਆਲ ਬਣਦਾ ਹੈ ਵੀ ਜਿਵੇਂ ਸਿੱਖ ਕਹਿੰਦਾ ਕਿ ਭਾਈ ਗੁਰੂ ਕੀ ਸੇਵਾ ਕਰੇਗਾ ਤੇ ਫਲ ਮਿਲੇਗਾ, ਤੇ ਫਲ ਦੀ ਚਾਹਤ ਤਾਂ ਹੈ, ਸੰਤਾਨ ਪੁੱਤਰ ਦੀ ਚਾਹਤ ਤਾਂ ਹੈ। ਬੇਸ਼ੱਕ ਉਮਰਾਂ ਵਡੇਰੀ ਹੋ ਗਈ ਹੈ ਪਰ ਮਨ ਦੇ ਅੰਦਰ ਤਾਂ ਪੁੱਤਰ ਦੀ ਚਾਹਤ ਟਿਕੀ ਹੋਈ ਸੀ ਨਾ। ਹੋਏ ਜੇ ਨਹੀਂ ਪੁੱਤਰ ਅਬ ਮੇਰੇ, ਫਿਰ ਇਸ ਵਿਚਾਰ ਕਰਦੇ ਆ ਜਿਵੇਂ ਅਸੀਂ ਕਦੇ ਕਦੇ ਗਿਆਨ ਦੇ ਨਾਲ ਆਪਣੇ ਮਨ ਨੂੰ ਟਿਕਾ ਲੈਨੇ ਆ ਵੀ ਚੱਲ ਮਨਾ ਕੋਈ ਗੱਲ ਨਹੀਂ। ਸਿੱਖ ਨੇ ਕਿਹਾ ਹੈ, ਇਹ ਜਿਵੇਂ ਤਾਰੀਫ ਕਰਦਾ ਸੀ ਆਪਣੇ ਗੁਰੂ ਦੀ ਵੀ ਬੜੇ ਵੱਡੇ ਗੁਰੂ ਨੇ। ਔਰ ਇੱਕ ਬੇਨਤੀ ਹੋਰ ਕਰਦੇ ਕਿ ਨਹੀਂ ਕਿ ਉਸ ਵਕਤ ਗੁਰੂ ਪਾਤਸ਼ਾਹ ਦਾ ਨਾਮ ਪੰਜਾਬ 'ਚ ਪ੍ਰਸਿੱਧ ਨਹੀਂ ਸੀ, ਪ੍ਰਸਿੱਧ ਸੀ, ਪਰ ਇਹ ਹੈ ਕਿ ਕਿਸੇ ਦੇ ਭਾਗ ਕਦੋਂ ਜਾਗਣੇ ਹੁੰਦੇ ਆ। ਅਸੀਂ ਵੀ ਕਈ ਵਾਰ ਸੁਣ ਲੈਂਦੇ ਹਾਂ ਜੀ ਫਲਾਣੇ ਥਾਂ ਤੇ ਕੁਝ ਹੈ ਸਮਾਗਮ ਹੈ, ਨਹੀਂ ਜਾ ਪਾਉਂਦੇ, ਪਰ ਕੋਈ ਸੱਜਣ ਮਿੱਤਰ ਪ੍ਰੇਰਣਾ ਦਿੰਦਾ ਨਹੀਂ ਭਾਈ ਜਾਓ, ਤੇ ਆਪਾਂ ਤੁਰ ਪੈਂਦੇ ਆ। ਇਹ ਵਕਤ ਉਹ ਸੀ ਜਦੋਂ ਪਹਿਲੀ ਪਾਤਸ਼ਾਹ ਤੋਂ ਲੈ ਕੇ ਚੌਥੀ ਪਾਤਸ਼ਾਹੀ ਤੱਕ ਸੰਗਤ ਵਿੱਚ ਜਾਂ ਪਿੰਡਾਂ ਪੰਜਾਬ ਦੇ ਖਾਸ ਕਰਕੇ ਤੇ ਗੁਰੂ ਨਾਨਕ ਦੀ ਮਸ਼ਹੂਰੀ ਤੇ ਹੈ ਹੀ ਸੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਤੱਕ ਇਹਨੂੰ ਲੰਮਾ ਸਮਾਂ ਹੋ ਚੁੱਕਾ ਹੈ। ਆਲੇ ਦੁਆਲੇ ਸੰਗਤਾਂ ਨੂੰ ਪਿੰਡਾਂ 'ਚ ਇਹਨਾਂ ਤੇ ਪਤਾ ਹੀ ਸੀ ਨਾ ਵੀ ਗੁਰੂ ਨਾਨਕ ਦੇ ਨਾਮ ਦੀ ਸਿੱਖੀ ਦੀ ਪ੍ਰਥਾ ਚੱਲ ਚੁੱਕੀ ਹੈ, ਪ੍ਰਸਿੱਧ ਹੋ ਚੁੱਕੀ ਹੈ। ਔਰ ਇਹਨਾਂ ਬੜੇ ਵੱਡੇ ਕੰਮ ਕੀਤੇ ਨੇ ਕਿ ਉਦੋਂ ਗੋਇੰਦਵਾਲ ਦੀ ਬਾਉਲੀ ਸਾਹਿਬ ਬਣ ਚੁੱਕੀ ਸੀ। ਅਕਬਰ ਵਰਗਾ ਬਾਦਸ਼ਾਹ ਗੋਇੰਦਵਾਲ ਆ ਕੇ ਬੈਠ ਕੇ ਲੰਗਰ ਛਕ ਚੁੱਕਾ ਹੈ। ਬੜੇ ਵੱਡੇ ਕਰਤੱਵ ਹੋ ਚੁੱਕੇ ਨੇ। ਇਸ ਕਰਕੇ ਨਹੀਂ ਕਿ ਇਹਨੂੰ ਪਤਾ ਨਹੀਂ ਹੋਵੇਗਾ ਵੀ ਰਾਮਦਾਸ ਗੁਰੂ ਫਿਰ ਨਗਰ ਵਸਣਿਆ ਹੋਇਆ, ਇਹ ਸਭ ਕੁਝ ਹੋਇਆ, ਪਰ ਫਿਰ ਸੀ ਵੀ ਕਦੇ ਗਏ ਨਹੀਂ ਅਸੀਂ ਤਾਂ ਭਾਈ। ਅਸੀਂ ਤਾਂ ਆਪਣੇ ਹੋਰਨਾਂ ਮਤਾਂ ਦੇ ਵਿੱਚ ਆ, ਜਿਵੇਂ ਅੱਜ ਕੱਲ੍ਹ ਆਪਾਂ ਸ਼ਬਦ ਅਨਮਤ ਕਹਿ ਦੇਨੇ ਆ ਵੀ ਅਸੀਂ ਤੇ ਇੱਥੇ ਪੂਜਾ ਪਾਠ ਕਰਦੇ ਆ, ਅਸੀਂ ਤਾਂ ਉੱਥੇ ਗਏ ਨਹੀਂ ਕਦੇ ਭਾਈ, ਪਤਾ ਨਹੀਂ ਉੱਥੇ ਕੀ ਵਰਤਦਾ। ਪਰ ਜਦੋਂ ਕਿਸੇ ਮਿੱਤਰ ਨੇ ਕਿਹਾ ਨਹੀਂ ਭਾਈ ਕੋਈ ਗੱਲ ਨਹੀਂ, ਤੂੰ ਹੁਣ ਤੱਕ ਇੱਥੇ ਗਿਆ ਤੇ ਆ ਨਵਾਂ ਧਰਮ ਚੱਲਿਆ, ਇਹਨਾਂ ਕੋ ਜਾ, ਇਹ ਗੁਰੂ ਬੜੇ ਜਾ ਰਹੇ ਨੇ, ਬੜੀ ਕਲਾ ਹੈ ਤੇ ਮਨ 'ਚ ਵਿਚਾਰ ਹੈ ਵੀ ਕੋਈ ਗੱਲ ਨਹੀਂ ਜਾ ਆਉਨੇ ਆ। ਜੇ ਜਾ ਕੇ ਸੇਵਾ ਕਰਕੇ ਪੁੱਤਰ ਨਹੀਂ ਮਿਲੇਗਾ ਤੇ ਕਮ ਸੇ ਕਮ ਸੇਵਾ ਕਰਕੇ ਰੂਹ ਤੇ ਨਿਰਮਲ ਹੋ ਹੀ ਜਾਏਗੀ ਨਾ, ਸੰਗਤ ਤੇ ਕਰ ਲਵਾਂਗੇ ਨਾ, ਪਾਪ ਤੇ ਮਿਟੀ ਜਾਣਗੇ ਨਾ। ਪਾਵੋਂ ਗਤ ਪਰਲੋਕ ਅਸ਼ੇਰੇ, ਤੇ ਸਿਆਣੇ ਕਹਿੰਦੇ ਨੇ ਕਿ ਜੇ ਸਾਧ ਸੰਗ ਕਰੀਏ, ਸੇਵਾ ਕਰੀਏ ਤੇ ਪਰਲੋਕ ਸੁੱਖ ਮਿਲਦੇ ਨੇ। ਚੱਲ ਮਨਾ ਕੋਈ ਨਹੀਂ, ਜੇ ਇਸ ਲੋਕ ਦੇ ਸੁੱਖ ਸਾਡੇ ਭਾਗਾਂ 'ਚ ਬਹੁਤੇ ਨਹੀਂ ਕਿ ਉੱਥੇ ਸੁਣਿਆ ਸੰਗਤ ਹੁੰਦੀ ਹੈ, ਲੋਕ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਬੰਦਗੀ ਕਰਦੇ ਨੇ, ਉੱਥੇ ਜਾ ਕੇ ਕੁਝ ਸਮਾਂ ਸੇਵਾ ਕਰਦੇ ਆ, ਮਨ ਟਿਕਿਆ ਰਹੇਗਾ, ਕਰਮ ਸ਼ੁੱਧ ਹੋ ਜਾਣਗੇ, ਮੈਲ ਉਤਰ ਜਾਏਗੀ ਤੇ ਚੱਲ ਹੋਰ ਨਹੀਂ ਤੇ ਪਰਲੋਕ ਦਾਰਾ ਤੇ ਸੌਖਾ ਹੋ ਹੀ ਜਾਏਗਾ। ਏਮ ਮਨ ਠਾਨ ਸੰਗ ਲੈ ਧਾਰਾ, ਇਹਨ ਮਨ 'ਚ ਦੋਹਾਂ ਜੀਆਂ ਵਿਚਾਰ ਕੀਤੀ ਵੀ ਚਲੋ ਕੋਈ ਨਹੀਂ ਮੰਗਾਂਗੇ, ਸੁਖਣਾ ਨਾ ਪੂਰੀ ਹੋਏਗੀ ਤਾਂ ਵੀ, ਕਿਉਂਕਿ ਨਿਰਾਸ਼ ਜਿਹੇ ਹੋ ਚੁੱਕੇ ਸਨ, ਕਈ ਥਾਵਾਂ ਤੇ ਜਾ ਕੇ ਨਿਰਾਸ਼ ਹੋ ਚੁੱਕੇ ਸਨ। ਤੇ ਮਨ ਆਇਆ ਚਲ ਕੋਈ ਨਹੀਂ ਜਾ ਆਉਨੇ ਆ, ਇਹ ਸੱਜਣ ਮਿੱਤਰ ਦਾ ਕਹਿਣਾ ਵੀ ਰਹਿ ਜਾਏਗਾ, ਨਹੀਂ ਗੱਲ ਬਣੇਗੀ ਤੇ ਕੋਈ ਨਹੀਂ ਸੰਗਤ ਹੀ ਸਹੀ, ਕੁਝ ਸਮੇਂ ਦਾ ਗੁਰੂ ਕੀ ਸਿੱਖੀ ਸੰਗਤ ਹੀ ਕਰ ਲਵਾਂਗੇ, ਕੋਈ ਗੱਲ ਨਹੀਂ ਚੱਲਦੇ ਹਾਂ। ਇਹ ਵਿਚਾਰ ਕਰਕੇ ਦੋਵੇਂ ਜੀ ਤੁਰ ਪਏ ਹਨ ਗੁਰ ਕੀ ਸੇਵਾ ਹੇਤ ਪਧਾਰਾ। ਹੁਣ ਇਹ ਦੋਵੇਂ ਜੀ ਚੱਲਤੇ ਨੇ ਬਾਬਾ ਆਦਮ ਜੀ ਆਪਣੇ ਘਰ ਵਾਲੇ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ। ਹੁਣ ਆਪਾਂ ਅੰਮ੍ਰਿਤਸਰ ਸਾਹਿਬ ਕਹਿੰਦੇ ਆ, ਉਦੋਂ ਜੇ ਅੰਮ੍ਰਿਤਸਰ ਸਾਹਿਬ ਨਾਮ ਪ੍ਰਸਿੱਧ ਨਹੀਂ ਸੀ, ਲੋਕ ਚੱਕ ਰਾਮਦਾਸ ਕਹਿੰਦੇ ਸਨ, ਕਿਉਂਕਿ ਰਾਮਦਾਸ ਹੀ ਚੱਕ ਪੁਰਾਣਾ ਨਾਮ ਹੈ, ਸਮੇਂ ਦੇ ਨਾਲ ਨਾਮ ਪ੍ਰਸਿੱਧ ਤੇ ਬਦਲ ਜਾਂਦੇ ਹੁੰਦੇ ਨੇ। ਇਧਰ ਨੂੰ ਤੁਰ ਪਏ ਹਨ, ਕਰੀ ਦੂਰ ਤੇ ਬੰਧਨ ਜਾਏ। ਹੁਣ ਚੂੰਕਿ ਕਦੇ ਗਏ ਨਹੀਂ ਸਨ, ਭੇਤੀ ਨਹੀਂ ਸਨ, ਮੁਲਾਕਾਤ ਕਦੇ ਹੋਈ ਨਹੀਂ ਸੀ, ਤੇ ਮਨ ਵਿੱਚ ਵੀ ਇੰਨਾ ਕੋਈ ਹੈ ਨਹੀਂ ਸੀ, ਅਜੇ ਦਰਬਾਰ 'ਚ ਅੰਦਰ ਨਹੀਂ ਆਏ, ਦੂਰੋਂ ਨਮਸਕਾਰ ਕਰਕੇ ਸੰਗਤ ਵਿੱਚ ਟਿਕ ਗਏ ਨੇ। ਸੰਗਤ ਵਿਖੇ ਰਹਿਓ ਕਰ ਥਾਏ, ਤੇ ਚੂੰਕਿ ਉਸ ਵਕਤ
ਸ਼੍ਰੀ ਅੰਮ੍ਰਿਤਸਰ ਸਾਹਿਬ ਚੱਕ ਗੁਰੂ ਰਾਮਦਾਸ ਸਾਹਿਬ ਵਿਖੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਖੁੱਲ੍ਹਾ ਕੀਤਾ ਗਿਆ ਸੀ। ਅਸੀਂ ਜੇ ਪ੍ਰਾਚੀਨਤਾ ਨੂੰ ਪੜਚੋਲ ਕਰੀ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੰਗਤਾਂ ਵਾਸਤੇ ਵੱਖਰੇ ਵੱਖਰੇ ਘਰ ਬਣਵਾਏ ਸਨ ਵੀ ਜੇ ਸੰਗਤਾਂ ਦੇ ਜਿਵੇਂ ਅੱਜ ਕੱਲ੍ਹ ਅਸੀਂ ਕਹਿੰਦੇ ਆ ਵੀ ਖੁੱਲ੍ਹੇ ਹਾਲ 'ਚ ਸੰਗਤਾਂ ਕੇ ਪੈ ਜਾਣ, ਜਿਹੜੇ ਤੇ ਇਕੱਲੇ ਇਕੱਲੇ ਜੀ ਆ ਕੇ ਰਹਿੰਦੇ ਸਨ ਉਹ ਤਾਂ ਭਾਈ ਹਾਲਾਂ 'ਚ ਖੁੱਲ੍ਹੇ ਇੰਝ ਦਲਾਨਾਂ 'ਚ ਟਿਕ ਜਾਂਦੇ, ਤੇ ਜੋ ਪਰਿਵਾਰਿਕ ਤੌਰ ਤੇ ਆ ਕੇ ਇਸ ਸ਼ਹਿਰ ਵਿੱਚ ਨਗਰ 'ਚ ਸੇਵਾ ਕਰਦੇ ਸਨ, ਗੁਰੂ ਪਾਤਸ਼ਾਹ ਸਾਹਿਬ ਨੇ ਨਵੇਂ ਨਵੇਂ ਘਰ ਬਣਾਏ ਸਨ ਔਰ ਸਤਿਗੁਰੂ ਨੇ ਹੁਕਮ ਵੀ ਕੀਤਾ ਸੀ ਕਿ ਭਾਈ ਆਪਣੇ ਨਗਰਾਂ ਚੋਂ ਪਿੰਡਾਂ ਚੋਂ ਪਿਆਰੇ ਆ ਕੇ ਤੇ ਆਬਾਦ ਹੋਵੇ। ਇੰਝ ਕੋਈ ਨਵਾਂ ਕਪਲ ਜੇ ਕੋਈ ਪਿਆਰਾ ਸੰਗਤ ਆ ਕੇ ਟਿਕਣਾ ਚਾਹੁੰਦਾ ਤੇ ਉਹਨੂੰ ਰਹਿਣ ਦਾ ਪ੍ਰਬੰਧ ਗੁਰੂ ਦਰਬਾਰ ਵੱਲੋਂ ਕੀਤਾ ਜਾਂਦਾ। ਹੁਣ ਇਹਨਾਂ ਨੇ ਕਿਉਂਕਿ ਇੱਥੇ ਕੁਝ ਗੱਲਾਂ ਕਾਵਿ ਸ਼ਾਸਤਰ ਚਲਦਿਆਂ ਚਲਦਿਆਂ ਲੁਕ ਜਾਂਦੀਆਂ ਨੇ, ਇਹਨਾਂ ਜਾ ਕੇ ਉੱਥੇ ਜੋ ਮੁਖੀ ਆਦਿਕ ਸਨ, ਜੋ ਉੱਥੇ ਪਹਿਰਾਂ ਨੇ ਸੇਵਕ ਸਨ, ਉਹਨਾਂ ਮਿਲ ਕੇ ਆਪਣੀ ਖੁਆਇਸ਼ ਪ੍ਰਗਟ ਕੀਤੀ ਵੀ ਅਸੀਂ ਕੁਝ ਸਮਾਂ ਇੱਥੇ ਰਹਿਣਾ ਚਾਹੁੰਦੇ ਹਾਂ। ਇਹਨਾਂ ਨੂੰ ਰਹਿਣ ਦਾ ਥਾਂ ਦਿੱਤਾ ਗਿਆ। ਹੁਣ ਇਹਨਾਂ ਨੇ ਸਤਿਗੁਰ ਕੇ ਨਵੇਂ ਵਸਾਏ ਨਗਰ ਵਿੱਚ ਰਹਿਣ ਦਾ ਟਿਕਾਣਾ ਪ੍ਰਾਪਤ ਕਰ ਲਿਆ ਹੈ। ਰਹਿਣ ਦਾ ਟਿਕਾਣਾ ਪ੍ਰਾਪਤ ਕਰਕੇ ਗੁਰੂ ਕੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਜੋੜ ਦਿੱਤਾ ਹੈ। ਕਾਸ਼ਟ ਸ਼ੂਸ਼ਕ ਭਾਰ ਦੁਆਨ। ਹੁਣ ਇਹ ਸੇਵਾ ਕੀ ਕਰੇ ਫਿਰ? ਹੁਣ ਕਿਉਂਕਿ ਪੇਂਡੂ ਬੰਦਾ ਸੀ, ਹੁਣ ਇਹਨੂੰ ਹੋਰ ਕਥਾ ਕੀਰਤਨ ਤੇ ਕਰਨੀ ਨਹੀਂ ਸੀ ਆਉਂਦੀ, ਤੇ ਕਈ ਵਾਰੀ ਹੁੰਦਾ ਕਿ ਸਾਡੇ ਬਹੁਤੇ ਜੀਆਂ ਨੂੰ ਸਮਝ ਵੀ ਨਹੀਂ ਆਉਂਦੀ ਵੀ ਇਹ ਕੀ ਪੜ੍ਹਦੇ ਨੇ ਤੇ ਕੀ ਨਵਾਂ ਨਵਾਂ ਹਿਸਾਬ ਕਿਤਾਬ ਸੀ। ਇਹਨੇ ਮਨ ਸੋਚੇ ਸਾਰੇ ਸੇਵਾ ਕਰਨੀ ਵੱਡੀ ਗੱਲ ਕਹਿੰਦੇ ਨੇ, ਚੱਲ ਆਪਾਂ ਸੇਵਾ ਕਰਦੇ ਹਾਂ। ਪੇਂਡੂ ਬੰਦਾ ਹੈ, ਕੁਹਾੜੀ ਲੈਂਦਾ, ਜੰਗਲ ਚਲੇ ਜਾਂਦੇ, ਲੱਕੜਾਂ ਸੁੱਕੀਆਂ ਕੱਟਦੇ, 2 ਪੰਡਾਂ ਤਿਆਰ ਕਰਦੇ, ਰੋਜ਼ 2 ਪੰਡਾਂ ਦਾ ਪ੍ਰਬੰਧ ਇਹਨੇ ਕਰ ਲੈਣਾ। ਇੱਕ ਸੁੱਕੀ ਪੰਡ ਬਾਲਣ ਦੀ ਲਿਆ ਕੇ ਲੰਗਰ ਚ ਪਾ ਦੇਣੀ ਤੇ ਏਦਾਂ ਹੌਲੀ ਹੌਲੀ ਕੰਮ ਚੱਲਣਾ। ਇੱਕ ਪੰਡ ਇਹਨੇ ਲਿਆ ਕੇ ਆਪਣੇ ਘਰ ਟਿਕਾ ਲੈਣੀ। ਇੱਕ ਤੋਰ ਰਾਖੇ ਆਪਣਾ ਠਿਕਾਣਾ। ਹੁਣ ਇਹਨੇ 2 ਪੰਡਾਂ ਦਾ ਰੋਜ਼ ਪ੍ਰਬੰਧ ਕਰ ਜਾਏ। ਸਮਝਣਾ ਹੋਵੇ ਤੇ ਭਾਈ ਸਵੇਰੇ ਜਾਂਦਾ ਹੈ, ਇੱਕ ਪੰਡ ਲੈ ਆਉਂਦਾ ਹੈ, ਪ੍ਰਸ਼ਾਦਾ ਛਕ ਕੇ ਫਿਰ ਦੁਪਹਿਰੋਂ ਬਾਅਦ ਜਾਂਦਾ ਹੈ, ਇੱਕ ਪੰਡ ਹੋਰ ਬੰਨ ਲਿਆਉਂਦਾ ਹੈ, ਇੱਕ ਪੰਡ ਲਿਆ ਕੇ ਤੇ ਲੰਗਰ ਚ ਢੇਰੀ ਕਰ ਦਿੰਦਾ ਹੈ, ਤੇ ਇੱਕ ਪੰਡ ਆਪਣੇ ਘਰ ਜੋ ਅੱਜ ਕੱਲ ਸਟਾਕ ਕਹਿ ਦਿੰਦੇ ਆ ਉਹ ਸਟਾਕ ਕਰ ਲੈਂਦਾ ਹੈ। ਦੇਗ ਗੁਰੂ ਕੀ ਹੋਵਤ ਜਿਹਵਾ। ਜਿੱਥੇ ਗੁਰੂ ਪਾਤਸ਼ਾਹ ਦੇਗ ਭਾਵ ਲੰਗਰ ਤਿਆਰ ਹੁੰਦਾ, ਜਿਹਨੂੰ ਅੱਜ ਵੀ ਗੁਰੂ ਰਾਮਦਾਸ ਸਾਹਿਬ ਜੀ ਕਾ ਲੰਗਰ ਮੰਨਦੇ ਆ ਨਾ, ਕਿ ਅੱਜ ਵੀ ਸੰਸਾਰ ਦੇ ਹੁਣ ਤੇ ਅਕਸਰ ਅਸੀਂ ਮੈਂ ਆਪਣੀ ਮੀਡੀਆ ਦੇ ਸੋਸ਼ਲ ਤੇ ਸੁਣਦੇ ਦੇਖਦੇ ਆ ਵੀ ਅੱਜ ਵੀ ਸੰਸਾਰ ਭਰ ਦੇ ਵਿੱਚੋਂ ਸਭ ਤੋਂ ਵੱਡੀ ਰਸੋਈ, ਸਭ ਤੋਂ ਵੱਡਾ ਇਕੱਠਾ ਭੋਜਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਇਸ ਲੰਗਰ 'ਚ ਤਿਆਰ ਹੁੰਦਾ ਹੈ। ਉੱਥੇ ਇਹ ਬਾਲਣ ਦੀ ਸੇਵਾ ਕਰਨ ਲੱਗ ਪਏ ਹਨ। ਦੂਸਰ ਭਾਰ ਦੇਤ ਭਾਤੇਵਾ। ਇੱਕ ਆਪਣੇ ਘਰ ਤੇ ਇੱਕ ਲੰਗਰ 'ਚ, ਇੱਕ ਆਪਣੇ ਘਰ ਤੇ ਇੱਕ ਲੰਗਰ 'ਚ। ਇਹ 2 ਪੰਡਾਂ ਰੋਜ਼ ਲਿਆਉਂਦੇ ਨੇ ਤੇ ਸਵੇਰੇ ਸ਼ਾਮ ਮੱਥਾ ਟੇਕ ਕੇ ਸੰਗਤ ਕਰ ਲੈਂਦੇ ਨੇ। ਦੁਪਹਿਰੇ ਇਹਨਾਂ ਇਹ ਰੂਟੀਨ ਬਣਾ ਲਈ ਹੈ। ਆਪਨ ਪਾਸ ਤੇ ਕਰਤ ਆਹਾਰ। ਪਰ ਦੂਜੀ ਗੱਲ ਇਹਨਾਂ ਵੱਡੀ ਕੀਤੀ, ਸੇਵਾ ਕਰਦੇ ਨੇ, ਇੱਕ ਘਰ ਮਿਲ ਗਿਆ ਇਹਨਾਂ ਨੂੰ। ਸਵੇਰੇ ਸ਼ਾਮ ਜੋ ਦਰਬਾਰ 'ਚ ਬੈਠ ਕੇ ਕਥਾ ਕੀਰਤਨ ਜੋ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਹੁੰਦਾ ਹੈ ਸੁਣ ਲੈਂਦੇ ਨੇ। ਸਾਰਾ ਦਿਨ 2 ਪੰਡਾਂ ਤਿਆਰ ਕਰਕੇ ਲੈ ਆਉਂਦੇ ਨੇ ਤੇ ਭਾਈ ਲੰਗਰ ਆਪਣਾ ਛਕਦੇ ਨੇ। ਇਹ ਨਹੀਂ ਕਿ ਸੇਵਾ ਕੀਤੀ ਤੇ ਇਥੋਂ ਰੋਟੀ ਵੀ ਖਾ ਲਈ, ਕਿਉਂਕਿ ਆਖਰ ਖੇਤੀਬਾੜੀ ਵਾਲੇ ਸਨ ਤੇ ਆਪਣੇ ਪ੍ਰਬੰਧ ਨਾਲ ਲੈ ਕੇ ਆਏ ਨੇ, ਤੇ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਆਪਣਾ ਛਕਦੇ ਨੇ ਤੇ ਸੇਵਾ ਗੁਰੂ ਕੇ ਲੰਗਰ ਦੀ ਕਰਦੇ ਨੇ। ਔਰ ਬਹੁਤ ਸਾਰੇ ਗੁਰਸਿੱਖ ਪੁਰਾਣੇ ਐਸੇ ਨੇ ਜਿਹੜੇ ਅੱਜ ਵੀ ਦੇਖਿਆ ਹੋਣਾ, ਘਰੋਂ ਆਉਂਦੇ ਨੇ, ਖਾ ਕੇ ਆਉਂਦੇ ਨੇ, ਗੁਰੂ ਦਰਬਾਰ ਦੀਆਂ ਸੇਵਾਵਾਂ ਕਰਦੇ ਨੇ, ਫਿਰ ਪ੍ਰਸ਼ਾਦਾ ਜਾ ਕੇ ਘਰ ਛਕ ਲੈਂਦੇ ਨੇ। ਇਹਨਾਂ ਏਦਾਂ ਹੀ ਕੀਤਾ, ਰਹਿੰਦੇ ਉੱਥੇ ਨੇ ਪਰ ਪ੍ਰਸ਼ਾਦਾ ਆਪਣੇ ਖਰਚੇ ਤੋਂ ਛਕਦੇ ਹਨ। ਇਸ ਪ੍ਰਕਾਰ ਗੁਰੂ ਕੀ ਕਰ ਕਾਰ। ਇੰਜ ਲੰਬਾ ਸਮਾਂ ਗੁਰੂ ਕੀ ਸੇਵਾ ਕਰਦੇ ਰਹੇ। ਕਸ਼ਟ ਮਦ ਤੈ ਰਹਿਤ ਬਿਤਾਏ। ਕਹਿੰਦੇ ਨੇ 6 ਮਹੀਨੇ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹੇ। ਸੇਵਾ ਸਤਿਗੁਰ ਹਿਤ ਚਿਤ ਲਾਏ। ਪਿਆਰ ਦੇ ਰਹਿ ਸਹਿਤ, ਕੋਈ ਵਲ ਛਲ ਨਹੀਂ, ਕੋਈ ਕਿਸੇ ਨਾਲ ਬਾਤ ਘਾਟ ਨਹੀਂ। ਇੱਕ ਬੇਨਤੀ ਕਰਾਂ, ਜਿਹੜੇ ਜੀ ਜਿੱਥੇ ਕਿਤੇ ਕੋਈ ਸੇਵਾ ਕਰਦਾ ਹੈ ਹਿਤ ਚਿਤ ਲਾ ਕੇ ਕਰੀਏ, ਪਰ ਕਿਸੇ ਦੂਜੇ ਦੀ ਟੀਕਾ ਟਿੱਪਣੀ ਨਾ ਕਰਿਆ ਕਰੀਏ। ਕੌਣ ਕੀ ਕਰਦਾ, ਉਹ ਕਿਉਂ ਕਰਦਾ ਹੈ, ਕਿਉਂਕਿ ਹਰ ਇੱਕ ਜੀ ਨੇ ਜੋ ਪ੍ਰਾਪਤ ਕਰਨਾ ਹੈ ਨਾ ਉਹ ਆਪਣਾ ਆਪਣਾ ਹੈ। ਇੱਕ ਦੀ ਵੰਡ ਦੂਜੇ ਕੋ ਨਹੀਂ ਜਾਣੀ। ਜਿਤਨਾ ਪਿਆਰ ਨਾਲ ਕੋਈ ਕਰੇਗਾ ਉਹਨੂੰ ਆਦਾ ਪ੍ਰਾਪਤ ਹੋਣਾ ਹੈ। ਇਸ ਕਰਕੇ ਦੂਜੇ ਦੇ ਨਾਲ ਖਹਿਬਾਜ਼ੀਆਂ ਜਾਂ ਨਫ਼ਰਤਾਂ ਜਾਂ ਚੁਗਲੀ ਜਾਂ ਨਿੰਦਿਆ ਸਾਨੂੰ ਤੇ ਵਰਜਿਤ ਕੀਤਾ ਹੋਇਆ ਕਿ ਭਾਈ ਜਦੋਂ ਅਸੀਂ ਗੁਰੂ ਦਰਬਾਰ 'ਚ ਆ ਕੇ ਸੇਵਾ ਕਰੀਏ ਤੇ ਨਿੱਜੀ ਗੱਲਾਂ ਦਾ ਸੰਕੋਚ ਕਰੀਏ। ਜੇ ਕਰਨਾ ਹੀ ਹੈ ਨਾ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਦਈਏ। ਇੰਜ ਇਹ ਬਿਨਾਂ ਕਿਸੇ ਲਾਗ ਲਪੇਟ ਤੋਂ
ਬਿਨਾਂ ਕਿਸੇ ਨਿੰਦਾ ਚੁਗਲੀ ਤੋਂ, ਬਿਨਾਂ ਕਿਸੇ ਦੀ ਹਿਰਖ ਆਦਿਕ ਤੋਂ ਕੇਵਲ ਗੁਰੂ ਕੀ ਸੇਵਾ ਕਰਦਿਆਂ ਕਰਦਿਆਂ 6 ਮਹੀਨੇ ਦਾ ਲੰਬਾ ਸਮਾਂ ਇਹਨਾਂ ਸੇਵਾ ਕੀਤੀ ਹੈ। ਇੱਕ ਸਮੇਂ ਗੁਰਵੈਰ ਸਿਧਾਏ। ਇੱਕ ਸਮਾਂ ਆਇਆ ਗੁਰੂ ਪਾਤਸ਼ਾਹ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਪ੍ਰਸ਼ਨ ਕਰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਕੁਝ ਸਮੇਂ ਲਈ ਬਾਹਰ ਗਏ। ਕੀਤਕ ਦਿਓਸ ਬੀਤੇ ਪੁਨ ਆਏ। ਤੇ ਕੁਝ ਸਮੇਂ ਬਾਅਦ ਮਹਾਰਾਜ ਸਾਹਿਬ ਜੀ ਨਗਰਾਂ 'ਚ ਵਿਚਰ ਕੇ ਵਾਪਸ ਆਏ। ਤਬ ਹੀ ਹਤੋ ਸੀਤ ਕੋ ਕਾਲ। ਇਤਫਾਕ ਕਹਿ ਲਿਆ ਜਾਏ ਕਿ ਜਦੋਂ ਮਹਾਰਾਜ ਜੀ ਵਿਚਰ ਕੇ ਆਏ ਨੇ, ਜਾਂ ਇੰਜ ਕਹਿ ਲਈ ਸਮਝਣਾ ਹੋਵੇ ਵੀ ਜਦੋਂ ਆ ਬਰਸਾਤਾਂ ਦੀ ਰੁੱਤ ਮਿਟ ਗਈ, ਕੁਝ ਮੌਸਮ ਗੁਲਾਬੀ ਆ ਜਾਂਦਾ ਹੈ, ਤੇ ਮਹਾਰਾਜ ਜੀ ਨੇ ਆਲੇ ਦੁਆਲੇ ਦੀ ਸਿੱਖ ਸੰਗਤਾਂ ਦੇ ਵਿੱਚ ਇੱਕ ਨਗਰਾਂ ਦਾ ਕੋਈ ਥੋੜਾ ਜਿਹਾ ਪ੍ਰਚਾਰ ਦੌਰਾ, ਅੱਜ ਕੱਲ੍ਹ ਸ਼ਬਦ ਬਣ ਗਿਆ, ਪ੍ਰਚਾਰ ਫੇਰੀ ਕੀਤੀ। ਤੇ ਜਦੋਂ ਠੰਡ ਵਧਣ ਲੱਗ ਪਈ ਤੇ ਫਿਰ ਪਾਤਸ਼ਾਹ ਸਾਹਿਬ ਜੀ ਵਾਪਸ ਨਗਰ ਆ ਗਏ। ਹਰ ਬਰਖਾ ਪਈ ਤਾਂ ਵਿਸਾਲ। ਉੱਤੋਂ ਠੰਡ ਦਾ ਮੌਸਮ ਹੈ ਤੇ ਉੱਤੋਂ ਬਰਖਾ ਹੋਣ ਲੱਗ ਪਈ ਹੈ। ਦੋਹਰਾ ਸੰਗਤ ਗੁਰ ਕੇ ਸੰਗ ਤਵ ਬਹੁਤੀ ਬਹੁਤ ਬਤਾਏ। ਤੇ ਜਦੋਂ ਗੁਰੂ ਪਾਤਸ਼ਾਹ ਸਾਹਿਬ ਜੀ ਕੁਝ ਸਮੇਂ ਬਾਅਦ ਵਾਪਸ ਆਏ ਨੇ ਤੇ ਸੁਭਾਵਕ ਹੀ ਹੈ ਸੰਗਤ ਦੇ ਇਕੱਠ ਜ਼ਿਆਦਾ ਹੋਣੇ ਸਨ। ਜਿਹੜੇ ਦੂਰੋਂ ਦਰਾਡਿਓਂ ਆਉਂਦੇ ਨੇ, ਜੋ ਰੋਜ਼ਾਨਾ ਦੀ ਜਿਹਨੂੰ ਆਪਾਂ ਸ਼ਬਦ ਲੋਕਲ ਕਹਿਣ ਲੱਗ ਪਏ ਆ, ਲੋਕਲ ਸੰਗਤ ਜੋ ਰੋਜ਼ ਦਰਸ਼ਨ ਕਰਦੇ ਨੇ, ਉਹਨਾਂ ਵੀ ਆਉਣਾ ਹੋਇਆ। ਇੰਜ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਕੋਲ ਸੰਗਤ ਬਹੁਤ ਇਕੱਠੀ ਹੋ ਗਈ ਹੈ। ਉਤੋਂ ਠੰਡ ਦੇ ਦਿਨ ਨੇ ਤੇ ਝੜੀ ਵੀ ਲੱਗ ਗਈ ਹੈ। ਪਇਓ ਸੀਤ ਸਮੂਹਨ ਕੋ ਸਿੱਖ ਮਿਲੇ ਸਮੁਦਾਏ। ਤੇ ਸਾਰੇ ਮੰਨਦੇ ਆ ਕਿ ਸਿਆਲ ਦੇ ਦਿਨਾਂ ਜੇ ਕਿਤੇ ਝੜੀ ਲੱਗ ਜਾਏ ਤੇ ਆਪਾਂ ਸੀਤ ਲਹਿਰ ਕਹਿਣ ਲੱਗ ਪਏ। ਹੁਣ ਉਹ ਸੀਤ ਲਹਿਰ ਫੈਲ ਜਾਂਦੀ ਹੁੰਦੀ ਹੈ, ਇੰਨੀ ਠੰਡ ਪੈਦਾ ਹੁੰਦੀ ਹੈ ਕਿ ਫਿਰ ਵਿਅਕਤੀ ਦਾ ਸਾਡਾ ਬਾਹਰ ਆਉਣਾ ਜਾਣਾ ਔਖਾ ਹੋ ਜਾਂਦਾ ਹੈ। ਚਾਉ ਪਈ ਆਦਮ ਜਾਟ ਤਬੈ ਕਟ ਕਸਕੈ। ਹੁਣ ਦੇਖੀਏ ਠੰਡ ਬੜੀ ਹੋ ਗਈ ਹੈ, ਸੀਤ ਲਹਿਰ ਫੈਲ ਰਹੀ ਹੈ ਤੇ ਲੋਕ ਆਪਣੇ ਆਪਣੇ ਟਿਕਾਣਿਆਂ ਤੇ ਵਿਸ਼ਰਾਮ ਕਰਦੇ ਨੇ। ਉਦੋਂ ਸਾਡੇ ਕੋਲ ਇੰਨੇ ਲੀੜੇ ਕੱਪੜਿਆਂ ਦੇ ਪ੍ਰਬੰਧ ਬਹੁਤੇ ਨਹੀਂ ਸੀ ਹੁੰਦੇ। ਸਾਰਾ ਇੱਥੇ ਤੇ ਅਸੀਂ ਹੀਟਾਂ ਨਾਲ ਵਿਚਰਦੇ ਹੋ ਆਪ ਤੇ, ਕਿਉਂਕਿ ਸਾਰੇ ਇਹਨਾਂ ਪਿੰਡਾਂ 'ਚੋਂ ਵਿਚਰ ਕੇ ਆਏ ਹੋ। ਕਿਤੇ ਇਹੋ ਜਿਹਾ ਮੌਕਾ ਹੋਵੇ, ਠੰਡੀ ਰਾਤ ਹੋਵੇ, ਤੋਂ ਮੀਂਹ ਪੈਂਦਾ ਹੋਵੇ ਤੇ ਠੰਡ ਫਿਰ ਆਏ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਹੋਣ, ਖੇਮੇ ਲੱਗੇ ਹੋਣ, ਛੋਟੇ ਮੋਟੇ ਤੰਬੂ ਲੱਗੇ ਨੇ, ਜਾਂ ਸੰਗਤਾਂ ਦੇ ਇਕੱਠ ਨੇ, ਤੇ ਉੱਥੇ ਲੀੜਾ ਕੱਪੜਾ ਵੀ ਕਈ ਵਾਰ ਭਾਰਾ ਨਹੀਂ ਹੁੰਦਾ। ਤੇ ਇੱਕੋ ਸਹਾਰਾ ਹੁੰਦਾ ਉਸ ਵਕਤ ਅੱਗ ਦਾ, ਵੀ ਅੱਗ ਹੋਏਗੀ ਤੇ ਨਿੱਘ ਬਣਦਾ ਰਹੇਗਾ। ਇਹਨੇ ਬਾਬੇ ਨੇ ਵੇਖਿਆ, ਆਦਮ ਜੀ ਨੇ, ਵੀ ਸੰਗਤ ਬਹੁਤ ਹੈ, ਥਾਂ ਥਾਂ ਤੇ ਬੈਠੀ ਹੈ, ਸੀਤ ਲਹਿਰ ਫੈਲੀ ਹੋਈ ਹੈ ਤੇ ਕਿਸੇ ਕੋ ਬਹੁਤਾ ਅੱਗ ਦਾ ਸਾਧ ਨਹੀਂ ਬਣ ਪਾ ਰਿਹਾ, ਕਿਉਂਕਿ ਝੜੀ ਕਰਕੇ ਬਾਲਣ ਵੀ ਗਿੱਲਾ ਹੋਇਆ। ਇਹਨੇ ਕਮਰ ਕੱਸਾ ਕਰ ਲਿਆ। ਈਂਧਨ ਅਧਿਕ ਹੋ ਤੋ ਟਿਕ ਜਿਸਕੈ। ਤੇ ਇਹਦੇ ਆਪਣੇ ਘਰ ਚੋਂ ਕਿ 6 ਮਹੀਨੇ ਤੋਂ ਰੋਜ਼ ਇੱਕ ਪੰਡ ਲਿਆ ਕੇ ਦਰਬਾਰ 'ਚ ਲੰਗਰ 'ਚ ਪੇਸ਼ ਕਰਦਾ ਸੀ, ਤੇ ਇੱਕ ਪੰਡ ਆਪਣੇ ਘਰ, ਕਿਉਂਕਿ ਪੁਰਾਣਾ ਸੀ ਬਜ਼ੁਰਗ, ਇਸ ਕਰਕੇ ਕੁਝ ਜਾਤੀ ਤਜਰਬੇ ਹੁੰਦੇ ਨੇ ਜਾਂ ਕੁਝ ਸੁਭਾਵਕ ਖੇਡਾਂ ਵੀ ਚਲੋ ਲੋੜ ਤੇ ਕਦੇ ਗਾਹੇ ਬਕਾਹੇ ਇਕੱਠੇ ਹੋ ਜਾਂਦਾ। ਇਹ ਜਿਹੜਾ ਬਾਲਣ ਇਹਨੇ ਘਰ ਇਕੱਠਾ ਕੀਤਾ ਹੋਇਆ ਸੀ, ਇੱਕ ਇੱਕ ਭਾਰ ਸਕੇਲਿਓ ਜੋਏ। ਇਹਨੇ ਅੰਦਾਜ਼ਾ ਜਿਹਾ ਲਾਇਆ ਵੀ ਕਿੰਨੇ ਕੁ ਥਾਂ ਤੇ ਸੰਗਤ ਦਾ ਡੇਰੇ ਲੱਗੇ ਨੇ। ਇਹਨੇ ਇੱਕ ਇੱਕ ਪੰਡ ਜੀ ਇਕੱਠੀ ਕੀਤੀ, ਜਿੱਥੇ 4 ਜੀ ਇਕੱਠੇ ਬੈਠੇ ਸਨ ਉੱਥੇ ਉੱਥੇ ਜਾ ਕੇ ਲੱਕੜਾਂ ਸੁੱਟੀਆਂ ਤੇ ਇਹਨੇ ਅੱਗ ਦਾ ਪ੍ਰਬੰਧ ਕੀਤਾ। ਸੰਗਤ ਵਿਖੈ ਦੇਤ ਪਾਸੋਏ। ਇਹਨੇ ਸਾਰਿਆਂ ਨੂੰ, ਕਿਉਂਕਿ ਜੇ ਕਿਤੇ ਹੁਣ ਉਸ ਵਕਤ ਨੂੰ ਇਮੇਜਿਨ ਕਰਨਾ ਹੋਵੇ, ਉਦੋਂ ਦਰਬਾਰ ਸਵਲ ਸਾਰਾ ਸਰੋਵਰ ਦਾ ਪਾਸਾ ਨਹੀਂ ਹੈ, ਵੱਡੀਆਂ ਇਮਾਰਤਾਂ ਨਹੀਂ ਗਈਆਂ, ਕੇਵਲ ਜਿੱਥੇ ਹੁਣ ਗੁਰੂ ਕੇ ਮਹਿਲ ਹੈ, ਕੇਵਲ ਇਹ ਥਾਂ ਬਣੇ ਨੇ ਤੇ ਸੰਗਤਾਂ ਦੇ ਇੱਥੇ ਕੱਚੇ ਘਰ ਨੇ। ਜਿਹੜੇ ਆਲੇ ਦੁਆਲੇ ਸੰਗਤਾਂ ਗੁਰੂ ਕੇ ਬਾਜ਼ਾਰ, ਜਿਹਨੂੰ ਪੁਰਾਣੇ ਬਾਜ਼ਾਰ, ਜਿਹਨੂੰ ਉੱਥੇ ਰਹਿਣ ਦਾ ਬਹਿਣ ਦਾ ਜਾਂ ਆਉਣ ਜਾਣ ਦਾ ਵਕਤ ਮਿਲਿਆ ਨੂੰ ਪਤਾ ਹੈ, ਗੁਰੂ ਕੇ ਬਾਜ਼ਾਰ ਪਾਤਸ਼ਾਹ ਨੇ ਬਣਾਏ ਹੋਏ ਨੇ। ਉਹ ਅਲੱਗ-ਅਲੱਗ ਨਾਵਾਂ ਦੇ ਨਾਲ ਅੱਜ ਵੀ ਜਾਣੇ ਜਾਂਦੇ ਨੇ, ਪਰ ਸੰਗਤਾਂ ਦੇ ਟਿਕਾਣੇ ਕੱਚੇ ਨੇ, ਹਵਾ ਦਾ ਰੁੱਖ ਹੈ ਤੇ ਠੰਡ ਹੋਣ ਕਰਕੇ ਇਹਨੇ ਥਾਂ ਪੁਰ ਥਾਂ ਤੇ ਲੱਕੜਾਂ ਦੇ ਢੇਰ ਲਾ ਦਿੱਤੇ, ਤੇ ਜਿੱਥੇ ਇੱਥੇ ਭਾਈ ਸੰਗਤ ਨੇ ਕਿਸੇ ਕਿਹਾ ਉਹਨੇ ਲੱਕੜ ਪਹੁੰਚਾ ਦਿੱਤੀ। ਲਗੇ ਅੰਗੀਠੇ ਸਭ ਕੇ ਡੇਰੇ। ਤੇ ਜਦੋਂ ਸੁੱਕੀ ਲੱਕੜ ਪਹੁੰਚ ਗਈ ਤੇ ਫਿਰ ਉਹਨਾਂ ਨੇ ਅੱਗ ਬਾਲ ਲਈ, ਇੰਜ ਅੰਗੀਠੇ ਬਾਲੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਦਸੰਬਰ ਜਨਵਰੀ ਦੀ ਅੱਤ ਸ਼ੀਤ ਹੁੰਦੀ ਹੈ ਤੇ ਸਾਂਝੇ ਤੌਰ ਤੇ ਕਮੇਟੀਆਂ ਵੱਲੋਂ
ਵੱਡੀਆਂ ਅੱਗਾਂ ਬਾਲੀਆਂ ਜਾਂਦੇ ਨੇ, ਭੁੱਗੇ ਬਾਲੇ ਜਾਂਦੇ ਨੇ, ਅਲਾਓ ਕਹਿੰਦੇ ਅੱਜ ਕੱਲ੍ਹ ਉੱਧਰ ਅਲਾਓ ਬਾਲੇ ਜਾਂਦੇ ਤਾਂ ਕਿ ਭਾਈ ਗਰੀਬ ਗੁਰਬਾ ਆਉਂਦਾ ਜਾਂਦਾ ਹੱਥ ਸੇਕ ਸਕੇ। ਤੇ ਨਾਲੇ ਨਗਰ ਵਿੱਚ ਜੇ ਹਰ ਚੁਰਾਹੇ ਤੇ ਵੱਡੀ ਅੱਗ ਬਲ ਜੇ ਤੇ ਉਹਦਾ ਇੱਕ ਸੇਕ ਫੈਲਣਾ ਹੈ, ਹੌਲੀ ਹੌਲੀ ਇਲਾਕੇ 'ਚ ਨਿੱਘ ਫੈਲਣ ਲੱਗ ਪੈਂਦਾ ਹੈ। ਇਹਨੇ ਬਹੁਤ ਸਾਰੇ ਥਾਵਾਂ ਤੇ ਇਸ ਤਰ੍ਹਾਂ ਅੰਗੀਠੇ ਬਾਲ ਦਿੱਤੇ ਨੇ ਤੇ ਸੇਕ, ਕਿਉਂਕਿ ਸੁਭਾਵਕ ਹੀ ਜੇ ਇੱਕ ਅੰਗੀਠਾ 10, 20, 15 ਫੁੱਟ ਦਾ ਏਰੀਆ ਵੀ ਨਿੱਘਾ ਕਰ ਦਿੰਦਾ ਹੈ ਤੇ ਦੂਰ ਦੂਰ ਤੱਕ ਸੰਗਤਾਂ ਨੂੰ ਨਿੱਘ ਦਾ ਪ੍ਰਬੰਧ ਹੋ ਗਿਆ। ਮਿਟਿਓ ਸੀਤ ਪਾਣਦ ਕਨੇਰੇ, ਤੇ ਸੰਗਤਾਂ ਦੀ ਜੋ ਸੀਤ ਫੈਸਲੀ ਸੀ ਅੱਗ ਬਾਲਣ ਦੇ ਨਾਲ ਕਈ ਥਾਵਾਂ ਤੇ ਉਹ ਸੀਤ ਦਾ ਪ੍ਰਭਾਵ ਟੁੱਟ ਗਿਆ, ਸੰਗਤ ਨੂੰ ਪਿਆਰ ਨੂੰ ਸੁੱਖ ਦਾ ਸਾਹ ਆਇਆ। ਉੱਚੇ ਥਲ ਵੈ ਕਰਤ ਸਵਾਰੀ, ਤੇ ਇੰਜ ਸਾਰੇ ਥਾਵਾਂ ਤੇ ਜਿੱਥੇ ਜਿੱਥੇ ਵੀ ਇਹਨੇ ਲੋੜ ਪਈ ਇਹਨਾਂ ਅੱਗ ਆਦਿਕ ਬਾਲੀ ਸੰਗਤ ਨੂੰ ਨਿੱਘ ਪਹੁੰਚਿਆ। ਗੁਰ ਨੇ ਸੰਗਤ ਸਕਲ ਨਿਹਾਰੀ, ਜਦੋਂ ਸਤਿਗੁਰ, ਕਿਉਂਕਿ ਇਹ ਸਤਿਗੁਰ ਤੱਕ ਵੀ ਤਾਂ ਪਤਾ ਹੀ ਸੀ ਨਾ ਕਿ ਠੰਡ ਬਹੁਤ ਹੈ ਤੇ ਮੁਖੀ ਸਾਡੇ ਸਤਿਗੁਰੂ ਹੋਣ ਤੇ ਫਿਰ ਚਿੰਤਾ ਤੇ ਹੋਏਗੀ ਨਾ। ਤੇ ਪਾਤਸ਼ਾਹ ਸਾਹਿਬ ਜੀ ਸੁਭਾਵਕ ਹੀ ਬਾਹਰ ਵਿਚਰ ਨਿਕਲੇ ਕਿ ਭਈ ਇੰਨੀ ਠੰਡ ਹੈ, ਦੇਖੀ ਸੰਗਤ ਦਾ ਪ੍ਰਬੰਧ ਕੀ ਹੋਇਆ। ਕਿਉਂਕਿ ਪਾਤਸ਼ਾਹ ਸਾਹਿਬ ਜੀ ਦੀ ਬਾਬਤ ਤੁਸੀਂ ਪੁਰਾਣੀਆਂ ਸਾਖੀਆਂ ਅੱਜ ਵੀ ਪੜ੍ਹਦੇ ਆ ਤੇ ਸਾਨੂੰ ਮਿਲਦਾ ਕਿ ਗੁਰੂ ਪਾਤਸ਼ਾਹ ਸਾਹਿਬ ਜੀ ਆਪ ਵਿਚਰ ਕੇ ਦੇਖਿਆ ਕਰਦੇ ਨੇ ਕਿ ਭਾਈ ਸਾਰਿਆਂ ਤੱਕ ਬਸਤਰ ਆਦਿਕ ਦਾ ਭੋਜਨ ਦਾ ਪ੍ਰਬੰਧ ਹੋ ਗਿਆ। ਇਹ ਸਾਰਾ ਕੁਝ ਦੇਖਣ ਵਾਸਤੇ ਮਹਾਰਾਜ ਆਪ ਬਾਹਰ ਨਿਕਲੇ ਤੇ ਦੇਖਿਆ ਥਾਂ ਥਾਂ ਤੇ ਅੰਗੀਠੇ ਬਲਦੇ ਨੇ, ਅਲਾਓ ਬਲਦੇ ਪਏ ਨੇ, ਨਿੱਘ ਪਿਆ, ਸੰਗਤ ਆਨੰਦ ਵਿੱਚ ਹੈ। ਜਿਹੜੇ ਸੁੱਤੇ ਨੇ ਉਹਨਾਂ ਨੂੰ ਨਿੱਘ ਮਿਲਣ ਲੱਗ ਪਿਆ ਤੇ ਜਿਹੜੇ ਜਾਗਦੇ ਨੇ ਉਹ ਵੀ ਅੱਗ ਦੇ ਆਲੇ ਦੁਆਲੇ ਬੈਠੇ ਹੱਥ ਸੇਕਦੇ ਨੇ। ਇੱਕ ਚਹਿਲ ਪਹਿਲ ਜੀ ਬਣੀ ਹੋਈ ਹੈ, ਇੱਕ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ। ਡੇਰੇ ਸਭਨ ਅੰਗੀਠੇ ਲਾਗੇ, ਦੇਖਦੇ ਨੇ ਵੀ ਸਾਰੇ ਜਿੱਥੇ ਜਿੱਥੇ ਵੀ ਡੇਰੇ ਨੇ ਭਾਵ ਟਿਕਾਣੇ ਬਣੇ ਨੇ ਉੱਥੇ ਉੱਥੇ ਅੰਗੀਠੇ ਬਲੇ ਹੋਏ ਨੇ, ਸਾਰੇ ਥਾਂ ਤੇ ਅੱਗ ਬਲਦੀ ਪਈ ਹੈ ਤੇ ਸਾਰੀ ਅੱਗ ਦੇ ਨਾਲ ਇੱਕ ਰੌਣਕ ਜੀ ਨਿੱਘ ਜੇ ਬਣ ਗਿਆ ਹੈ। ਵੱਡੋ ਪ੍ਰਕਾਸ਼ ਹੁਤਾਸਨ ਜਾਗੇ, ਤੇ ਕਿਉਂਕਿ ਬਹੁਤ ਥਾਵਾਂ ਤੇ ਅੱਗ ਬਲਦੀ ਹੈ ਇਸ ਕਰਕੇ ਉਹਦਾ ਚਾਨਣਾ ਵੀ ਹੋ ਗਿਆ। ਹੁਤਾਸਨ ਕਹਿੰਦੇ ਨੇ ਅੱਗ ਨੂੰ, ਜਦੋਂ ਅੱਗ ਸੁੱਕੀਆਂ ਲੱਕੜਾਂ ਦੀ ਬਲਦੀ ਹੈ ਤੇ ਚਾਨਣਾ ਵੀ ਦੂਰ ਤੱਕ ਹੁੰਦਾ ਹੈ। ਤੇ ਚਾਨਣਾ ਹੋ ਜੇ, ਰਾਤ ਤੋਂ ਠੰਡੀ ਹੋਵੇ, ਅੱਗ ਬਲ ਪਵੇ ਤੇ ਸੁਭਾਵਕ ਇੱਕ ਰੌਣਕ ਜੀ ਬਣ ਜਾਂਦੀ ਹੈ। ਹਿਰਦੇ ਵਿਚਾਰ ਕਰਤ ਗੁਰ ਐਸੇ, ਪਾਤਸ਼ਾਹ ਸਾਹਿਬ ਜੀ ਦੇਖ ਰਹੇ ਨੇ ਵੀ ਅੱਗ ਬਲਦੀ ਪਈ ਹੈ, ਈਂਧਨ ਇਤੋਂ ਮਿਲਿਓ ਇਨ ਕੈਸੇ, ਇੰਨਾ ਬਾਲਣ ਕਿੱਥੋਂ ਆਇਆ ਹੈ? ਕਿਉਂਕਿ ਐਸਾ ਤੇ ਹੈ ਨਹੀਂ ਵੀ ਇਹ ਸਿੱਖ ਲੰਗਰ ਚੋਂ ਚੁੱਕ ਚੁੱਕ ਕੇ ਅੱਗ ਬਾਲਣ, ਕਿਉਂਕਿ ਸਿੱਖਾਂ ਦੇ ਸੁਭਾਅ 'ਚ ਨਹੀਂ ਹੁੰਦਾ ਵੀ ਲੰਗਰ ਜਿਹੜਾ ਸਾਮਾਨ ਪਹੁੰਚਾ ਹੋਇਆ ਹੈ ਉਹ ਤੇ ਲੰਗਰ ਪੱਕਣ ਵਾਸਤੇ ਹੈ। ਇਸ ਤਰ੍ਹਾਂ ਇਹ ਸਿੱਖਾਂ ਨੇ ਕਦੇ ਅੱਗਾਂ ਨਹੀਂ ਬਾਲੀਆਂ। ਅੱਜ ਇਹਨਾਂ ਨੂੰ ਇੰਨਾ ਬਾਲਣ ਕਿੱਥੋਂ ਪ੍ਰਾਪਤ ਹੋਇਆ ਹੈ? ਨਹੀਂ ਸਮੀਪ ਪਿਸਾ ਇਹ ਕਿਸ ਥਾਨ, ਨੇੜੇ ਤੇੜੇ ਸਾਡੇ ਕੋਲ ਕਿਤੇ ਬਾਲਣ ਦਾ ਇੰਨਾ ਵੱਡਾ ਸਟਾਕ ਵੀ ਨਹੀਂਗਾ। ਅੱਜ ਕੱਲ੍ਹ ਸ਼ਬਦ ਵਰਤ ਲਏ ਨੇ ਵੀ ਭੰਡਾਰ ਨਹੀਂ ਕਿਸੇ ਕੋਲ, ਲੰਗਰ ਚੋਂ ਬਾਲਣ ਖੜ ਕੇ ਇਹਨਾਂ ਅੱਗ ਬਾਲਣੀ ਕੋਈ ਨਹੀਂ ਤੇ ਨੇੜੇ ਭੰਡਾਰ ਨਹੀਂ। ਸੰਗਤ ਸਾਰੀ ਬਾਹਰੋਂ ਆਈ ਹੈ, ਜੰਗਲ ਤੋਂ ਐਡੀ ਛੇਤੀ ਇਹ ਜਾ ਕੇ ਲਿਆ ਨਹੀਂ ਸਕਦੇ ਕਿਉਂਕਿ ਬਰਸਾਤ ਦਾ ਮੌਸਮ, ਉਤੋਂ ਠੱਕਾ ਵਗਦਾ ਪਿਆ। ਇਹ ਕਿਹੜੇ ਸਿੱਖ ਨੇ ਸੇਵਾ ਕੀਤੀ ਹੈ? ਕੌਣ ਇਹਨਾਂ ਨੂੰ ਦੇ ਗਿਆ ਹੈ? ਇੱਕ ਬੇਨਤੀ ਹੋਰ ਕਰਦੇ ਆ, ਅੰਤਰਜਾਮਤਾ ਸਤਿਗੁਰੂ ਦੀ ਆਪਣੀ ਹੈ, ਪਰ ਸਾਡੇ ਥੋੜੇ ਸਮਝਣ ਵਾਸਤੇ ਇਹਨਾਂ ਗੱਲਾਂ ਨੂੰ ਉੱਥੇ ਵਰਤਿਆ ਜਾਂਦਾ ਹੈ। ਕਿਸਨੇ ਦੀਨਸ ਇਨ ਕੋ ਆਨ, ਤੇ ਭਾਈ ਇੰਨੀ ਲੱਕੜ ਕਿਹਨੇ ਦਿੱਤੀ ਹੈ? ਭਈ ਪ੍ਰਭਾਤ ਸਭਾ ਜਬ ਹੋਈ, ਇੰਜ ਅਗਲਾ ਦਿਨ ਚੜਿਆ, ਰਾਤ ਸੰਗਤ ਦੀ ਸੁੱਖ ਨਾ ਬਤੀਤ ਹੋਈ, ਸੀਤ ਤੋਂ ਬਚਾਅ ਹੋ ਗਿਆ। ਸਾਰੀ ਰਾਤ ਅੱਗ ਬਲਦੀ ਰਹੀ। ਜਦੋਂ ਅਗਲੇ ਦਿਨ ਅੰਮ੍ਰਿਤ ਵੇਲੇ ਦਰਬਾਰ ਸਜੇ, ਦੇਖਣ ਦਰਸ ਆਏ ਸਭ ਕੋਈ, ਸਾਰੀ ਸੰਗਤ ਗੁਰੂ ਦਰਬਾਰ 'ਚ ਮੱਥਾ ਟੇਕਣ ਵਾਸਤੇ, ਮਹਾਰਾਜ ਕੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਈ। ਸ੍ਰੀ ਗੁਰੂ ਰਾਮਦਾਸ ਸਭ ਸੰਗ, ਤੇ ਜਦੋਂ ਸਾਰੇ ਆ ਕੇ ਬੈਠ ਗਏ ਨਾ ਤਾਂ ਮਹਾਰਾਜ ਜੀ ਨੇ ਉਹਨਾਂ ਨੇ ਇੱਕ ਵਚਨ ਕੀਤਾ, ਬੂਝਿਓ ਇਨਨ ਕੇ ਪ੍ਰਸੰਗ। ਮਹਾਰਾਜ ਨੇ ਪੁੱਛਿਆ ਕਿ ਭਾਈ ਦੇ ਸਿਆਣੇ ਸਨੇ ਸੁਖਤਾ ਆਪਾਂ ਕਹਿੰਦੇ ਨੇ ਮੁਖੀ ਸਿੱਖਾਂ ਨੂੰ ਪੁੱਛੇ ਕਿ ਭਾਈ ਅਸਾਂ ਵੇਖਿਆ ਸੀ ਰਾਤੀ ਬਹੁਤ ਅੱਗ ਬਲਦੀ ਪਈ ਸੀ, ਬਹੁਤ ਥਾਂ ਤੇ ਅਲਾਓ ਅੰਗੀਠੇ ਬਲਦੇ ਪਏ ਸਨ, ਇੰਨਾ ਬਾਲਣ ਕਿੱਥੋਂ ਆਇਆ ਹੈ? ਇਹ ਸਾਰਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜੇ? ਸਭ ਨੇ ਕਹਿਓ ਸਿੱਖ ਹੈ ਕੋਏ। ਜਿਹੜੇ ਮੁਖੀ ਸਿੱਖ ਸਨ ਕਹਿਣ ਲੱਗੇ ਮਹਾਰਾਜ ਅਸਾਂ ਕੁਝ ਨਹੀਂ ਕੀਤਾ, ਸਾਡੇ ਕੋਲ ਕੋਈ ਵੱਡਾ ਪ੍ਰਬੰਧ ਨਹੀਂ ਸੀ, ਠੰਡ ਹੋਣ ਕਰਕੇ ਸੰਗਤ ਨੂੰ ਪਰੇਸ਼ਾਨੀ ਬੜੀ ਸੀ, ਪਰ ਇੱਕ ਸਿੱਖ ਹੈ ਜੋ ਪਿਛਲੇ ਕੁਝ ਸਮੇਂ ਤੋਂ ਇੱਥੇ ਸੇਵਾ ਕਰਦਾ ਹੈ। ਜੀਤ ਫਿਰਿਓ ਡੇਰਨ ਮੈਂ ਸੋਏ, ਉਹੀ ਫਿਰਦਾ ਸੀ, ਉਹ ਪੰਡਾ ਬੰਨ ਕੇ ਬਾਲਣ ਲਿਆਉਂਦਾ ਸੀ ਤੇ ਜਿੱਥੇ ਇੱਥੇ ਸੰਗਤ ਨੇ ਮੱਖਿਆ ਵੀ ਇੱਥੇ ਅੱਗ ਚਾਹੀਦੀ ਹੈ, ਇੱਥੇ ਠੰਡ ਜ਼ਿਆਦਾ ਥਾਂ ਵੇਖਿਆ, ਉਹਨੇ ਸਾਰੇ ਥਾਵਾਂ ਤੇ
ਲਾ ਕੇ ਬਾਲਣ ਦਾ ਢੇਰ ਲਾਇਆ। ਇਹ ਸਾਰਾ ਪ੍ਰਬੰਧ ਉਸ ਇਕੱਲੇ ਨੇ ਕੀਤਾ ਹੈ ਜੀ। ਉਹ ਤੋ ਰਸੋਈਆ ਗੁਰ ਕੇ ਪਾਸ, ਇਹਨੇ ਉੱਥੇ ਲੰਗਰ ਦਾ ਸੇਵਾਦਾਰ, ਜਿਹਨੂੰ ਆਪਾਂ ਲਾਂਗਰੀ ਸ਼ਬਦ ਵਰਤ ਲੈਨੇ ਆ, ਲਾਂਗਰੀ ਜਿਹੜਾ ਸੀ ਉਹ ਵੀ ਉੱਥੇ ਨਾਲ ਵਕਤ ਹਾਜ਼ਰ ਸੀ। ਤਿੰਨ ਪੀ ਕਰੀ ਤਵੈ ਅਰਦਾਸ, ਉਹਨੇ ਵੀ ਹੱਥ ਜੋੜ ਕੇ ਇੱਕ ਬੇਨਤੀ ਕੀਤੀ। ਦੇਗ ਵਿਖਿਆ ਇੱਕ ਭਾਰ ਵਿਸਾਲ, ਕਿ ਮਹਾਰਾਜ ਉਹ ਸਿੱਖ ਥੋੜੇ ਦਿਨਾਂ ਤੋਂ, ਕੁਝ ਸਮਿਆਂ ਤੋਂ ਹੀ ਬਾਹਰੋਂ ਆਇਆ ਤੇ ਇੱਥੇ ਹਰ ਰੋਜ਼ ਲੰਗਰ ਵਾਸਤੇ ਵੀ ਉਹ ਰੋਜ਼ਾਨਾ ਬਾਲਣ ਲੈ ਕੇ ਆਉਂਦਾ। ਇੱਕ ਭਾਰ ਕਹਿੰਦੇ ਇੱਥੇ ਬੰਦਾ ਆਪਣੇ ਆਪ ਜ਼ਮੀਨ ਤੋਂ ਚੁੱਕ ਕੇ ਸਿਰ ਤੱਕ ਰੱਖ ਸਕੇ, ਲੋਕ ਉਸ ਨੂੰ ਇੱਕ ਭਾਰ ਕਹਿੰਦੇ ਨੇ। ਇੱਕ ਭਾਰ ਬਾਲਣ ਉਹ ਰੋਜ਼ ਲੰਗਰ ਚ ਹਾਜ਼ਰ ਕਰਦਾ ਹੈ। ਜੀ ਤਰਿਓ ਨਿਤ ਕੇ ਤਕਾਲ, ਕਿਤਨਾ ਸਮਾਂ ਹੋ ਗਿਆ ਉਹ ਬਿਨਾਂ ਨਾਗਾ ਰੋਜ਼ਾਨਾ ਇੱਕ ਪੰਡ ਬਾਲਣ ਲੰਗਰ ਚ ਲਿਆ ਕੇ ਪੇਸ਼ ਕਰਦਾ ਹੈ। ਅੰਤਰਜਾਮੀ ਸਭ ਕਿਸ ਜਾਨੀ, ਉਧਰ ਸਤਿਗੁਰ ਪਾਤਸ਼ਾਹ ਸਾਰੀਆਂ ਜਾਣ ਰਹੇ ਨੇ, ਸਾਰੇ ਦੇਖ ਰਹੇ ਨੇ, ਪਰ ਸਿੱਖਾਂ ਦੇ ਕੋਲੋਂ ਉਸ ਗੁਰਸਿੱਖ ਦੀ ਤਾਰੀਫ, ਜਿਹਦਾ ਨਾਮ ਪਤੇ ਦੇ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ, ਪਰ ਸਾਰੇ ਉਹਦੀ ਤਾਰੀਫ ਕਰ ਰਹੇ। ਜਿਹਨੂੰ ਕਹੀਏ ਕਿ ਸੰਗਤ ਵਿੱਚ ਉਹਦੀ ਹੁਣ ਚਰਚਾ ਚੱਲ ਰਹੀ ਹੈ, ਉਹਦੀ ਤਾਰੀਫ ਹੋ ਰਹੀ ਹੈ, ਸੰਗਤ ਸਾਰੀ ਉਸ ਨੂੰ ਪਿਆਰ ਦੇ ਨਾਲ ਤਾਰੀਫ ਕਰੀ। ਮਹਾਰਾਜ ਬੜਾ ਭਲਾ ਲੋਕ ਹੈ, ਰੋਜ਼ਾਨਾ ਉਹ ਲੰਗਰ ਵਾਸਤੇ ਬਾਲਣ ਲੈ ਕੇ ਆਉਂਦੇ। ਤੇ ਆਹ ਦੇਖੋ, ਅੱਜ ਇੰਨੀ ਠੰਡ ਸੀ, ਉਸ ਇਕੱਲੇ ਬੰਦੇ ਨੇ ਇੰਨੀ ਸੇਵਾ ਕਰਕੇ ਸਾਰੀ ਸੰਗਤ ਨੂੰ ਨਿੱਘ ਦਾ ਪ੍ਰਬੰਧ ਕੀਤਾ ਹੈ। ਤਉ ਕਹੇ ਪਰ ਘਰ ਪਛਾਨੀ, ਪਰ ਮਹਾਰਾਜ ਨੇ ਆਪਣਾ ਪ੍ਰਗਟਾਵਾ ਨਹੀਂ ਕੀਤਾ ਵੀ ਭਾਈ ਸਾਨੂੰ ਤੇ ਪਤਾ ਹੈ, ਪਰ ਕਿਉਂਕਿ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਸਦਾ ਹੀ, ਜਿਨ੍ਹਾਂ ਨੇ ਇਤਿਹਾਸ ਸਾਖੀ ਨੂੰ ਆਪਾਂ ਪੜ੍ਹਦੇ ਸੁਣਦੇ ਹਾਂ, ਪਹਿਲੇ ਪਾਤਸ਼ਾਹੀ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਤੱਕ ਸਰਬਾਗਰ ਨੇ, ਸਭ ਜਾਣਦੇ ਨੇ, ਸਭ ਪਤਾ ਹੈ। ਪਰ ਫਿਰ ਵੀ ਸਾਡੇ ਤੁਹਾਡੇ ਜੀਆਂ ਵਾਸਤੇ, ਨਰ ਸਾਧਾਰਨ ਵਾਸਤੇ ਕੁਝ ਬਚਨ ਬਿਲਾਸ ਕਰਦੇ ਰਹਿੰਦੇ ਨੇ ਤੇ ਸੱਦ ਕੇ ਪੁੱਛਿਆ ਕਰਦੇ ਹੁੰਦੇ ਨੇ, ਭਾਈ ਇਹ ਕੀ ਹੋਇਆ, ਇਹ ਕਿੱਦਾਂ ਹੋਇਆ, ਜੇ ਇਹ ਕਿਹਨ ਕੀਤਾ, ਇੰਜ ਜਿਵੇਂ ਕੋਈ ਪਤਾ ਹੀ ਨਹੀਂ ਹੁੰਦਾ। ਤੇ ਜਿਹੜੇ ਸਿਆਣੇ ਸੇ ਕਦੇ ਕਹਿੰਦੇ ਮਹਾਰਾਜ ਆਪ ਨੂੰ ਤੇ ਸਭ ਪਤਾ ਹੈ, ਤੇ ਫਿਰ ਕਦੇ ਕਹਿੰਦੇ ਹਾਂ ਪਤਾ ਤੇ ਹੈ, ਪਰ ਮੈਂ ਸੁਣਨਾ ਚਾਹਨਾ, ਤੁਸੀਂ ਕਹੋ ਨਾ ਮੈਨੂੰ ਤੇ ਸਭ ਪਤਾ ਹੈ। ਜਿਵੇਂ ਕਦੇ ਅਸੀਂ ਆਪਣੇ ਘਰਾਂ 'ਚ ਦੇਖਦੇ ਨਾ, ਅਸੀਂ ਬੱਚੇ ਤੋਂ ਸੁਣਨਾ ਚਾਹਨੇ, ਪਤਾ ਤੇ ਮਾਪਿਆਂ ਨੂੰ ਸਭ ਕੁਝ ਹੁੰਦਾ ਹੈ, ਅਧਿਆਪਕਾਂ ਨੂੰ ਪਤਾ ਸਭ ਕੁਝ ਹੁੰਦਾ ਹੈ, ਪਰ ਫਿਰ ਵੀ ਬੱਚੇ ਨੂੰ ਕਹਿੰਦੇ ਨੇ ਤੂੰ ਦੱਸਣਾ ਤੈਨੂੰ ਕੀ ਚਾਹੀਦਾ। ਫਿਰ ਬੱਚਾ ਜਦੋਂ ਪਿਆਰ ਨਾਲ ਕਹਿੰਦਾ ਫਿਰ ਖੁਸ਼ੀ ਵੱਧ ਜਾਂਦੀ ਹੈ। ਹੁਣ ਸਤਿਗੁਰੂ ਵੀ ਇਸੇ ਤਰ੍ਹਾਂ ਸਭ ਜਾਣਦੇ ਨੇ, ਪਰ ਸਿੱਖਾਂ ਤੋਂ ਸੁਣਨਾ ਚਾਹੁੰਦੇ ਨੇ। ਦਰਅਸਲ ਪਾਤਸ਼ਾਹ ਉੱਥੇ ਲਿਜਾਣਾ ਚਾਹੁੰਦੇ ਨੇ ਕਿ ਸਾਡੇ ਸਾਰਿਆਂ ਵਿੱਚ ਭਾਵ ਜਾਗਰਤ ਹੋਵੇ ਕਿ ਭਾਈ ਜੋ ਸੇਵਾ ਕਰੇ ਉਸ ਤੇ ਚੰਗੇ ਕੀਤੇ ਕੰਮ ਦੀ ਸ਼ਲਾਘਾ ਕੀਤੀ ਜਾਏ, ਕਦੇ ਨੈਗੇਟਿਵ ਨਾ ਵਰਤਾਇਆ ਜਾਏ। ਹਰ ਵਕਤ ਅਸੀਂ ਪੋਜ਼ਿਟਿਵਿਟੀ ਵਿੱਚ ਰਹੀਏ, ਸੰਗਤ ਵਿੱਚ ਹਰ ਵਕਤ ਚੜ੍ਹਦੀ ਕਲਾ ਬਣੀ ਰਹੇ। ਤੇ ਜੋ ਸੇਵਾ ਕਰੇ ਉਹਦਾ ਮਾਣ ਸਨਮਾਨ ਵੀ ਕਰਨਾ ਸਾਡਾ ਬਣਦਾ, ਫਰਜ਼ ਬਣਦਾ। ਉਹਦੀ ਸ਼ਲਾਘਾ ਵੀ ਕਰੀਏ, ਉਸਤਤ ਵੀ ਕਰੀਏ, ਤੇ ਇੱਕ ਦੂਜੇ ਦੇ ਨਾਲ ਉਹਦੇ ਬਾਰੇ ਚੰਗਾ ਭਾਵ ਤੇ ਚੰਗਾ ਵਿਹਾਰ ਕਰੀਏ। ਸ੍ਰੀ ਗੁਰੂ ਰਾਮਦਾਸ ਗੁਣ ਖਾਨੀ, ਇੰਜ ਸਾਰਾ ਕੁਝ ਪਾਤਸ਼ਾਹ ਸੁਣ ਰਹੇ ਨੇ ਤੇ ਅੰਦਰੋਂ ਮੁਸਕਰਾਉਂਦੇ ਵੀ ਹੋਣਗੇ। ਹਾਂਜੀ, ਸਭ ਸਿੱਖਨ ਮੈਂ ਤਬੈ ਬਖਾਨੀ। ਫਿਰ ਪਾਤਸ਼ਾਹ ਕਹਿਣ ਬੜੇ ਪਿਆਰ ਨਾਲ ਇੱਕ ਬਚਨ ਕੀਤਾ, ਖੋਜੋ ਸਿੱਖ ਸੋ ਲਿਆਵ ਹੋ ਜਾਏ। ਭਾਈ ਤੁਹਾਨੂੰ ਪਤਾ ਹੈ ਕੌਣ ਹੈ, ਕਿੱਥੋਂ ਆਇਆ? ਬਹੁਤਿਆਂ ਕਿਹਾ ਨਹੀਂ ਪਾਤਸ਼ਾਹ ਬੋਲਦਾ ਨਹੀਂ ਹੈ, ਬਹੁਤ ਘੱਟ ਗੱਲਬਾਤ ਕਰਦਾ ਹੈ, ਪ੍ਰਸ਼ਾਦਾ ਵੀ ਆਪਣੇ ਘਰੋਂ ਹੀ ਛਕਦਾ ਹੈ, ਲੰਗਰ 'ਚ ਬਸ ਆਉਂਦਾ ਹੈ, ਬਾਲਣ ਸੁੱਟ ਕੇ ਚਲਾ ਜਾਂਦਾ ਹੈ, ਇੱਥੇ ਆਉਂਦਾ ਹੈ, ਮੱਥਾ ਟੇਕਦਾ, 4 ਘੜੀਆਂ ਬੈਠਦਾ ਹੈ, ਲੰਘ ਜਾਂਦਾ ਹੈ, ਕਿਸੇ ਨਾਲ ਗੱਲਬਾਤ ਨਹੀਂ ਬਹੁਤੀ ਕਰਦਾ। ਪਾਤਸ਼ਾਹ ਕਹਿਣ ਲੱਗੇ ਫਿਰ ਜੇ ਨਹੀਂ ਪਤਾ ਤੇ ਲਾਓ, ਲੱਭ ਕੇ ਲਿਆਓ ਭਾਈ। ਸੰਗਤ ਦੀ ਇੰਨੀ ਸੇਵਾ ਕੀਤੀ ਹੈ, ਉਸ ਮਹਾਨ ਪੁਰਖ ਨੂੰ, ਉਸ ਸੇਵਕ ਨੂੰ ਸੱਦ ਕੇ ਲੈ ਕੇ ਆਓ ਜਿਸ ਨੇ ਘਾਲੀ ਕਾਰ ਸੁਥਾਏ। ਵੀ ਦੇਖੋ ਕਿੰਨੀ ਘਾਲਣਾ ਕੀਤੀ ਅਗਲੇ ਨੇ, ਸਾਰੀ ਰਾਤ ਸੰਗਤ ਦਾ ਪ੍ਰਬੰਧ ਕੀਤਾ। ਜੇ ਉਹ ਬਾਲਣ ਨਾ ਦਿੰਦਾ ਤੇ ਸੰਗਤ ਠਰਦੀ ਨਾ, ਪਾਲੇ ਨਾਲ ਨਿਆਣੇ ਬੱਚੇ ਛੋਟੇ ਵੱਡੇ ਠਰ ਜਾਂਦੇ। ਉਹਨੇ ਸਾਰੀ ਸੰਗਤ ਦੀ ਸੇਵਾ ਕੀਤੀ ਹੈ। ਪਰ ਸਾਨੂੰ ਪੌਣ ਬਾਣੀ ਪੜ੍ਹਦੇ ਪੜ੍ਹਦਾ ਹੈ ਕਿ ਜਿਹੜਾ ਗੁਰ ਸੰਗਤਾਂ ਦੀ ਸੇਵਾ ਕਰਦਾ ਹੈ ਉਹਨੂੰ ਤਾਂ ਗੁਰੂ ਬਹੁਤ ਮਾਣ ਤੇ ਪਿਆਰ ਦਿੰਦੇ ਨੇ। ਕਹਿਣ ਲੱਗੇ ਭਾਈ ਉਸ ਵਿਅਕਤੀ ਨੇ, ਉਸ ਗੁਰਸਿੱਖ ਨੇ ਸੰਗਤ ਦੀ ਸੇਵਾ ਕੀਤੀ ਹੈ, ਉਹਦੀ ਘਾਲ ਥਾਂ ਪਈ, ਉਹਨੇ ਸਾਨੂੰ ਰਿਝਾ ਲਿਆ, ਜਾਓ ਭਾਈ ਉਹਨੂੰ ਸੱਦ ਕੇ ਲੈ ਕੇ ਆਓ। ਕੌਣ ਮਨੋਰਥ ਹੈ ਤਿਸ ਕੇਰਾ, ਤੇ ਪੁੱਛੋ, ਪਤਾ ਕਰੋ ਭਾਈ ਉਹ ਕੀ ਚਾਹੁੰਦਾ ਹੈ, ਉਹਦੀ ਅਰਦਾਸ ਕੋਈ ਭਾਵਨਾ ਕੋਈ ਹੋਵੇ, ਕੋਈ ਲੋੜ ਹੋਵੇ, ਕੋਈ ਇੱਛਾ ਹੋਵੇ, ਜਾਓ ਬੁਲਾ ਕੇ ਲਿਆਓ, ਪਤਾ ਕਰੀਏ ਉਹਦੀ ਕੀ ਭਾਵਨਾ ਹੈ। ਸੋ ਪੂਰਨ ਕਰਿਆ ਬਿਨ ਦੇਰਾ। ਹੁਣ ਮਹਾਰਾਜ ਆਪਣੀ ਖੁਸ਼ੀ ਚ ਆਏ ਨੇ, ਕਹਿਣ ਲੱਗੇ ਲਿਆਓ ਭਾਈ, ਸੱਦ ਕੇ ਲਿਆਓ, ਉਹਦੀ ਕੀ ਭਾਵਨਾ ਹੈ, ਉਹ ਕੀ ਖੁਆਇਸ਼ ਹੈ। ਅੱਜ ਸੰਗਤ
ਜੋ ਉਹਦੀ ਭਾਵਨਾ ਹੋਏਗੀ ਸਤਿਗੁਰੂ ਬਖਸ਼ਿਸ਼ ਕਰਨਗੇ। ਆਜ ਉਹਦੀ ਭਾਵਨਾ ਪੂਰੀ ਕਰੀਏ। ਦੋਹਰਾ ਸੁਨਤ ਸਿੱਖ ਤਿਸ ਸਥਾਨ ਕੋ ਖੋਜਿਓ ਜਹਾਂ ਰਹੰਤ। ਜਿਹੜੇ ਸੇਵਾਦਾਰ ਸਨ ਇਹਨਾਂ ਕਾਰਜਾਂ ਦੇ ਉਹ ਉੱਠ ਤੁਰੇ ਜਿੱਥੇ ਇਹ ਬਾਬਾ ਆਦਮ ਰਹਿੰਦੇ ਸਨ ਜਾਂ ਜਿਸ ਵਕਤ ਅੱਗੇ ਪਿੱਛੇ ਸਨ, ਲੱਭ ਕੇ ਤਲਾਸ਼ ਕਰਕੇ ਬਾਬੇ ਆਦਮ ਦੇ ਤੱਕ ਪਹੁੰਚ ਬਣਾ ਲਈ। ਲੈ ਗਮਨੇ ਤਤਕਾਲ ਹੀ ਸੰਗ ਚਲਿਓ ਹੁਲ ਸੰਤ। ਹੁਣ ਜਾ ਕੇ ਕਿਹਾ ਕਿ ਭਾਈ ਤੂੰ ਰਾਤੀ ਬੜੀ ਵੱਡੀ ਸੇਵਾ ਕੀਤੀ ਹੈ, ਤੇਰੀ ਸੇਵਾ ਤੇ ਗੁਰੂ ਮਹਾਰਾਜ ਖੁਸ਼ ਨੇ ਤੇ ਗੁਰੂ ਮਹਾਰਾਜ ਅੱਜ ਤੈਨੂੰ ਬੁਲਾਉਂਦੇ ਹਨ। ਹੁਣ ਚੂੰਕਿ ਇਹਨੇ ਕਦੇ ਸੰਵਾਦ ਨਹੀਂ ਸੀ ਕੀਤਾ, ਗੁਰੂ ਪਾਤਸ਼ਾਹ ਕੋ ਆ ਕੇ ਕਦੇ ਵਚਨ ਵਿਲਾਸ ਨਹੀਂ ਸੀ ਕੀਤੇ, ਹੁਲ ਸੰਤ ਮਤਲਬ ਹੁੰਦਾ ਹੈ ਬੜੇ ਉਤਸ਼ਾਹ ਦੇ ਨਾਲ ਮੈਨੂੰ ਮੇਰੇ ਪਾਤਸ਼ਾਹ ਨੇ ਯਾਦ ਕੀਤਾ। ਅੱਜ ਕਿਤੇ ਕਲਪਨਾ ਕਰੀਏ ਕਿੰਨਾ ਚਾਅ ਹੋਏਗਾ ਉਸ ਵਿਅਕਤਿਤਵ ਨੂੰ ਜਿਹਨੂੰ ਗੁਰੂ ਮਹਾਰਾਜ ਨੇ ਬੁਲਾਇਆ, ਗੁਰੂ ਮਹਾਰਾਜ ਨੇ ਸਦੇ, ਬੜੇ ਚਾਅ ਨਾਲ ਖੁਸ਼ੀ ਨਾਲ ਤੁਰ ਪਿਆ ਹੈ। ਚਾਉ ਪਈ ਜਾਇ ਕਰੀ ਕਰ ਬੰਧਨ ਜੋਰ। ਹੁਣ ਆਏ ਦਰਬਾਰ ਚ ਹੱਥ ਜੋੜ ਮਹਾਰਾਜ ਨਮਸਕਾਰ ਕੀਤੀ ਹੈ। ਠਾਂਡੋ ਭਇਓ ਬਦਨੀ ਕੀ ਔਰ। ਕਿਉਂਕਿ ਸੰਗਤਾਂ ਚ ਬਹੁਤਾ ਇਹ ਬੋਲਦਾ ਨਹੀਂ ਸੀ, ਅੱਗੇ ਹੋ ਕੇ ਬਹਿਣ ਦਾ ਆਦੀ ਵੀ ਨਹੀਂ ਸੀ ਤੇ ਬੜੇ ਵਿਨਮਰਤਾ ਦੇ ਨਾਲ ਹੱਥ ਜੋੜ ਕੇ ਮੱਥਾ ਟੇਕ ਕੇ ਪਾਸੇ ਹੋ ਕੇ ਖਲੋ ਗਿਆ ਹੈ। ਦੇਖ ਗੁਰੂ ਨੇ ਬਾਕ ਉਚਾਰਾ। ਜਦੋਂ ਇਹ ਮੱਥਾ ਟੇਕ ਪਾਸੇ ਹੋ ਕੇ ਖਲੋ ਗਿਆ ਤੇ ਮਹਾਰਾਜ ਨੇ ਰਹਿਮਤ ਦਾ ਭਰਿਆ ਹੋਇਆ ਅੰਮ੍ਰਿਤ ਬਚਨ ਉਲਾਸ ਕੀਤਾ। ਕੌਣ ਮਨੋਰਥ ਤੈ ਉਰ ਧਾਰਾ। ਭਾਈ ਤੇਰਾ ਕੀ ਮਨੋਰਥ ਹੈ, ਕੀ ਖੁਆਇਸ਼ ਹੈ ਤੇਰੀ। ਤੇਰੀ ਘਾਲ ਪਰੀ ਸਭ ਥਾਏ। ਤੇਰੀ ਘਾਲ ਗੁਰਸਿੱਖਾ ਥਾਏ ਪਈ, ਜਿਹਨੂੰ ਅਸੀਂ ਕਹਿੰਦੇ ਆ ਨਦਰੀ ਨਦਰ ਨਿਹਾਲ ਹੋ ਗਿਆ। ਗੁਰਸਿੱਖਾ ਤੇਰੀ ਘਾਲ ਥਾਏ ਪਈ ਹੈ, ਤੇਰੀ ਕੀ ਇੱਛਾ ਹੈ। ਮੰਗ ਲਿਓ ਬਰਸੋ ਅਬ ਪਾਏ। ਜੋ ਇੱਛਾ ਤੇਰੀ ਹੋਵੇ ਅੱਜ ਮੰਗ, ਅੱਜ ਮੁੱਖੋਂ ਬੋਲ ਕੇ ਕਹਿ, ਅੱਜ ਗੁਰੂ ਨਾਨਕ ਦੇ ਘਰੋਂ ਤੈਨੂੰ ਸਭ ਕੁਝ ਮਿਲੇਗਾ। ਆਦਮ ਜਾਟ ਬਖਸ਼ਣ ਗੁਰ ਕੋ। ਬਾਬਾ ਆਦਮ ਜੀ ਜੋ ਸਾਧਾਰਨ ਵਿਅਕਤਿਤਵ ਨੇ, ਬਹੁਤੇ ਚੰਚਲ ਚਾਲਾਕੀਆਂ ਨਹੀਂ ਹੈ, ਗੁਰੂ का प्यार ਭਰਿਆ ਬਚਨ ਸੁਣ ਕੇ ਨੈ ਕਹਿ ਸਕੈ ਮਨੋਰਥ ਉਰ ਕੋ। ਸੰਗ ਵੀ ਤੇ ਮਨੁੱਖ ਦੇ ਉੱਤੇ ਹਾਵੀ ਹੋ ਜਾਂਦੀ ਨਾ ਕਦੇ ਕਦੇ। ਇੱਛਾ ਤੇ ਸੀ ਕਿ ਮੇਰੇ ਘਰ ਪੁੱਤਰ ਹੋਵੇ, ਪੁੱਤਰ ਚਾਹੀਦੇ, ਪਰ ਵੇਖਿਆ ਸਾਰੀ ਸੰਗਤ ਦਰਬਾਰ ਭਰਿਆ ਪਿਆ ਹੈ, ਆਪਣੀ ਵਡੇਰੀ ਉਮਰਾਂ ਵੱਲ ਵੇਖਦਾ, ਮੇਰੀ ਤੇ ਦਾੜੇ ਵਿੱਚ ਚਿੱਟੀ ਹੋਈ ਪਈ ਹੈ, ਉਮਰਾਂ ਵਡੇਰੀ ਮੇਰੀ ਹੋਈ ਪਈ ਹੈ। ਸੰਗ ਹੀ ਆ ਗਈ ਕਿ ਮੈਂ ਹੁਣ ਕਵਾਂ ਮਹਾਰਾਜ ਮੈਨੂੰ ਪੁੱਤਰ ਚਾਹੀਦਾ ਹੈ। ਇਹ ਗੱਲ ਸੰਗ ਆ ਗਈ, ਦਿਲ 'ਚ ਗੱਲ ਆਈ ਪਰ ਜ਼ੁਬਾਨ ਤੱਕ ਨਾ ਆ ਸਕੀ। ਮੈਂ ਬਹੁ ਬ੍ਰਿਧ ਕਹਾਂ ਸੁਤ ਹੋਏ। ਮੈਂ ਬਜ਼ੁਰਗ ਹਾਂ, ਮੇਰੀ ਉਮਰ ਵਡੇਰਾ ਹੋ ਗਈ ਹੈ, ਇਹ ਗੱਲ ਨਹੀਂ ਬਣਦੀ ਹੁਣ। ਜਾਂ ਤੇ ਮੰਗਤ ਪਾ ਨਾ ਸੋਏ। ਇਸ ਕਰਕੇ ਖਿਆਲ ਇਹ ਹਾਵੀ ਹੋ ਗਿਆ। ਗੁਰੂ ਦਰਬਾਰ 'ਚ ਪਹੁੰਚ ਕੇ ਵੀ ਇਹ ਅਰਦਾਸ ਆਪਣੀ ਮੰਗ ਨਾ ਸਕਿਆ। ਬਿਰਦਾ ਬੌਰ ਭਾਰਿਆ ਮੇਰੀ। ਇਹ ਠੀਕ ਹੈ ਕਿ ਸਾਡੀ ਉਮਰ ਵਡੇਰੀ ਹੋ ਗਈ, ਪਰ ਕੀ ਕਰੀਏ, ਮੰਗ ਨਹੀਂ ਸਕਦੇ ਨਾ। ਹੁਣ ਤੇ ਸੰਗ ਜੀ ਵੀ ਲੱਗਦੀ ਏ, ਲੋਕ ਕੀ ਕਹਿਣਗੇ, ਪਿਲਾ ਇੰਨੀ ਵੱਡੀ ਉਮਰ ਹੋ ਗਈ ਹੈ, ਇਹ ਬਾਬਾ ਹੋ ਗਿਆ, ਹੁਣ ਵੀ ਪੁੱਤਰ ਦੀ ਰਾਤ ਮੰਗੀ ਜਾਂਦਾ ਏ। ਉਚਿਤ ਨਾ ਕਹਿਣ ਬਾਤ ਸੁਤਕੇਰੀ। ਇਸ ਕਰਕੇ ਭਾਈ ਹੁਣ ਗੱਲ ਸ਼ੋਭਾ ਨਹੀਂ ਦਿੰਦੀ, ਇਹ ਮੰਗਣੀ ਸ਼ੋਭਾ ਨਹੀਂ ਦਿੰਦੀ। ਇਹੋ ਜਿਹਾ ਖਿਆਲ ਮਨ ਵਿੱਚ ਆ ਗਿਆ, ਇਹਨੇ ਕੁਝ ਮੰਗਿਆ ਨਹੀਂ, ਕੁਝ ਚੁੱਪ ਕਰ ਬਈ ਖਲੋਤਾ ਰਿਹਾ, ਫਿਰ ਕੀ ਕੁਝ ਬਚਨ ਵਿਲਾਸ ਗੁਰੂ ਮਹਾਰਾਜ ਦੇ ਨਾਲ ਇਹਦੇ ਹੁੰਦੇ ਨੇ। ਆਪਾਂ ਕੱਲ ਸਮੇਂ ਦੇ ਨਾਲ ਇੱਥੋਂ ਕੇ ਚੱਲਾਂਗੇ, ਕਿਉਂਕਿ ਕੱਲ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਵੀ ਹੈ। ਕੁਝ ਵਿਚਾਰ ਉਸ ਪਾਸੇ ਦਰਸ਼ਨ ਨਾਲ ਬਾਬੇ ਆਦਮ ਦੀ ਅਗਲੀ ਗਾਥਾ ਆਪਾਂ ਸਾਂਝੀ ਕਰ ਵਿਚਾਰਾਂਗੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਿਆਂ ਹੋਇਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।